ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਸ਼ਾਮ ਦੇ ਆਪਾਂ ਲੜੀਵਾਰ ਪ੍ਰੋਗਰਾਮ ਲਿਖੇ ਸੀ, ਅੱਜ ਦੂਸਰੇ ਦਿਨ ਦੀ ਪਹਿਲੀ ਹਾਜ਼ਰੀ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਵੱਲੋਂ ਲਵਾਈ ਗਈ ਹੈ। ਬਹੁਤ ਬਹੁਤ ਧੰਨਵਾਦ। ਜੋ ਹੁਣ ਸਮਾਂ ਹੈ, ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਕਥਾਵਾਚਕ ਗੁਰਦੁਆਰਾ ਸੈਕਟਰ 38 ਉਹਨਾਂ ਵੱਲੋਂ ਆਪ ਜੀ ਨਾਲ ਗੁਰਮਤਿ ਵਿਚਾਰਾਂ ਹੋਣਗੀਆਂ 8 ਵਜੇ ਤੱਕ। ਉਹਨਾਂ ਤੋਂ ਉਪਰੰਤ ਭਾਈ ਲਖਵਿੰਦਰ ਸਿੰਘ ਜੀ ਮੋਹਾਲੀ ਵਾਲੇ ਉਹਨਾਂ ਵੱਲੋਂ ਕੀਰਤਨ ਦੀ ਹਾਜ਼ਰੀ ਹੋਵੇਗੀ 8 ਤੋਂ 9 ਵਜੇ ਤੱਕ। ਮੈਂ ਬੇਨਤੀ ਕਰਾਂਗਾ ਕਿ ਅੱਜ ਦੀ ਸਮਾਪਤੀ ਪੂਰੇ ਪ੍ਰੋਗਰਾਮ ਦੀ 9 ਵਜੇ ਤੱਕ ਹੋ ਜਾਣੀ ਹੈ ਅਤੇ ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਇਸ 'ਤੇ ਜੁੜੇ ਰਹਿਣਾ ਹੈ ਅਤੇ ਪੂਰੀ ਹਾਜ਼ਰੀ ਲਵਾਉਣੀ ਹੈ, ਲੰਗਰ ਵੀ ਛਕ ਕੇ ਜਾਣਾ ਹੈ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੁੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਜਿਉ ਬੁਲਾਵੈ ਤਿਉ ਬੋਲੈ ਸੁਆਮੀ ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਪਰਮ ਸਨਮਾਣਿਓ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਮਨੁੱਖਤਾ ਦੇ ਸਾਂਝੇ ਰਹਿਬਰ ਦੀਨ ਦਇਆਲ ਪਾਤਸ਼ਾਹ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਅਰ ਮੁਕੱਦਸ ਹਜ਼ੂਰੀ ਦੇ ਅੰਦਰ ਰੋਜ਼ਾਨਾ ਦੀ ਤਰ੍ਹਾਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਭਾਗਾਂ ਵਾਲੇ ਸਤਸੰਗੀ ਜਨੋ, ਵਡਭਾਗੇ ਹਾਂ ਜੋ ਗੁਰੂ ਰਹਿਮਤ ਦਾ ਸਦਕਾ ਮੁਬਾਰਕ ਗੋਦ ਦੇ ਅੰਦਰ ਜੁੜ ਕਰਕੇ ਸਾਹਿਬਾਂ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸਾਂ। ਭਾਈ ਨੰਦ ਲਾਲ ਸਿੰਘ ਜੀ ਦੇ ਕੋਲੋਂ ਪੁੱਛੀਏ ਵੀ ਭਾਈ ਸਾਹਿਬ ਜੀ ਤੁਸੀਂ ਤਾਂ ਬੜੀ ਨੇੜਤਾ ਮਾਣੀ ਹੈ ਸਤਿਗੁਰੂ ਦੀ, ਔਰ ਇੰਨਾ ਕੁ ਪਿਆਰ ਸਤਿਗੁਰਾਂ ਦਾ ਤੁਹਾਡੇ ਨਾਲ ਹੈ, ਇੰਨਾ ਕੁ ਸਨੇਹ ਸਤਿਗੁਰੂ ਤੁਹਾਡੇ ਨਾਲ ਕਰਦੇ ਨੇ ਵੀ ਜਦੋਂ ਆਵਾਜ਼ ਮਾਰਦੇ ਨੇ ਫਿਰ ਲਾਲ ਜੀ ਕਹਿ ਕੇ ਆਵਾਜ਼ ਮਾਰਦੇ ਨੇ
ਤੇ ਤੁਸੀਂ ਦੱਸੋ ਸੰਗਤ ਕਿਵੇਂ ਦੀ ਹੋਣੀ ਚਾਹੀਦੀ ਹੈ? ਤੁਸੀਂ ਦੱਸੋ ਵੀ ਇਕੱਠ ਕਿਵੇਂ ਦਾ ਹੋਣਾ ਚਾਹੀਦਾ ਹੈ? ਤੇ ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਆ ਹਜ਼ੂਮੇ ਖੁਸ਼ ਕਿ ਬਹਿਰੇ ਜ਼ਿੰਦਗੀਸਤ, ਆ ਹਜ਼ੂਮੇ ਖੁਸ਼ ਕਿ ਬਹਿਰੇ ਬੰਦਗੀਸਤ। ਉਹ ਹਜ਼ੂਮ, ਉਹ ਇਕੱਠ, ਉਹ ਸੰਗਤ ਚੰਗੀ ਹੈ ਜਿੱਥੋਂ ਜ਼ਿੰਦਗੀ ਮਿਲਦੀ ਹੋਵੇ। ਉਹ ਹਜ਼ੂਮ ਚੰਗਾ ਹੈ ਜਿੱਥੇ ਬੈਠ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕੀਤੀ ਜਾਵੇ। ਉਹ ਇਕੱਠ ਚੰਗਾ ਹੈ, ਉਹ ਸੰਗਤ ਚੰਗੀ ਹੈ। ਵਡਭਾਗੇ ਹਾਂ, ਸਭ ਕਹਿੰਦੇ ਭਾਗਾਂ ਵਾਲੇ ਉਹ ਨੇ ਜਿਹੜੇ ਗੁਰੂ ਦੇ ਨੇੜੇ ਆ ਕੇ ਬੈਠਦੇ ਨੇ। ਵਡਭਾਗੇ ਨੇ, ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੇ। ਸਭ ਦੇ ਪਾਵਨ ਵਚਨ ਨੇ। ਆਓ ਕਲਗੀਧਰ ਸੁਆਮੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜੀਵਨ ਅਰ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਸਾਂਝ ਬਣਾਉਣ ਤੋਂ ਪਹਿਲਾਂ ਸਾਹਿਬਾਂ ਦੇ ਮੁਬਾਰਕ ਚਰਨਾਂ ਪਾਸ ਹਾਜ਼ਰੀ ਲਵਾਈਏ। ਬੜੇ ਪਿਆਰ ਅਤੇ ਅਦਬ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਕਿਰਪਾਲੂ ਦੇ ਪਾਵਨ ਬਚਨਾਂ ਦੇ ਨਾਲ ਆਪਾਂ ਸਾਂਝ ਬਣਾਈ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਦੋਂ ਸਾਹਿਬ ਦਾ ਜੀਵਨ ਦੇਖਦੇ ਹਾਂ ਤੇ ਜਿੱਦਾਂ ਦਾ ਸੱਚਮੁੱਚ ਸੁਣਿਆ ਹੈ ਨਾ, ਜਿੱਦਾਂ ਦਾ ਦੱਸਿਆ ਗਿਆ ਹੈ, ਜਿੱਦਾਂ ਦਾ ਬਾਣੀ ਨੇ ਦੱਸਿਆ ਵੀ ਗੁਰੂ ਦੇ ਸੁਭਾਅ ਇਵੇਂ ਦੇ ਨੇ, ਗੁਰੂ ਦਾ ਜੀਵਨ ਇਵੇਂ ਦਾ ਹੋਣਾ ਚਾਹੀਦਾ ਹੈ, ਤੇ ਸਾਹਿਬ ਦਾ ਜੀਵਨ ਦੇਖਾਂਗੇ ਤੇ ਉਦਾਂ ਦਾ ਹੀ ਮਿਲੇਗਾ ਜਿੱਦਾਂ ਦਾ ਸੁਣਿਆ ਹੈ। ਇਕੱਲੀ ਕਹਿਣ ਦੀ ਗੱਲ ਨਹੀਂ, ਕਿਉਂਕਿ ਸਾਹਿਬ ਜੇ ਸਿਖਾਉਂਦੇ ਨੇ ਨਾ, ਭਲਿਆ ਜੋ ਕਹਿ ਰਿਹਾ ਹੈ ਉਹ ਕਰਕੇ ਦਿਖਾ। ਤੇ ਗੁਰੂ ਜੇ ਕਹਿੰਦਾ ਹੈ ਨਾ ਤੇ ਆਪਣੇ ਆਪ ਦੇ ਨਾਲ ਪਹਿਲੋਂ ਉਹ ਜੋੜ ਕਰਕੇ ਫਿਰ ਉਪਦੇਸ਼ ਕਰਦਾ ਹੈ। ਇੱਕ ਘਟਨਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਹੈ। ਸਭ ਕਿਰਪਾਲੂ ਬਾਲ ਉਮਰ ਦੇ ਵਿੱਚ ਨੇ। ਕਿਸੇ ਮਾਤਾ ਨੇ ਆ ਕੇ ਸਤਿਗੁਰੂ ਨੂੰ ਕਿਹਾ ਵੀ ਕਿਰਪਾਲੂ ਤੁਸੀਂ ਇਸ ਬਾਲਕ ਦੇ ਨਾਲ ਖੇਡਦੇ ਹੋ, ਤੁਸੀਂ ਗੁਰੂ ਪਰਿਵਾਰ ਦੇ ਵਿੱਚੋਂ ਹੋ, ਇਹਦੇ ਨਾਲ ਖੇਡਦੇ ਹੋ ਤੇ ਇਹਨੂੰ ਨਾ ਇੱਕ ਆਦਤ ਬੜੀ ਮਾੜੀ ਹੈ, ਇਹ ਮਿੱਠਾ ਬਹੁਤ ਖਾਂਦਾ ਹੈ। ਸਭ ਕਹਿੰਦੇ ਮਾਤਾ ਮਿੱਠਾ ਜ਼ਿਆਦਾ ਖਾਂਦਾ ਹੈ ਤੇ ਇਦਾਂ ਕਰੀ ਤੂੰ 2 ਹਫ਼ਤੇ ਬਾਅਦ ਮੇਰੇ ਕੋਲ ਆਵੀਂ, ਫਿਰ ਮੈਂ ਇਹਨੂੰ ਸਮਝਾਵਾਂਗਾ, ਫਿਰ ਮੈਂ ਇਹਨੂੰ ਦੱਸਾਂਗਾ ਵੀ ਕਿਵੇਂ ਕਰਨਾ ਹੈ, ਫਿਰ ਇਹ ਛੱਡ ਦੇਵੇਗਾ। ਮਾਤਾ ਕਹਿੰਦੀ ਠੀਕ ਹੈ। 2 ਹਫ਼ਤੇ ਬਾਅਦ ਫਿਰ ਮਾਤਾ ਬਾਲਕ ਨੂੰ ਨਾਲ ਲੈ ਕੇ ਤੇ ਸਾਹਿਬ ਦੇ ਕੋਲ ਆਈ। ਸਾਹਿਬ ਨੇ ਸਿਰਫ ਇੰਨੇ ਸ਼ਬਦ ਵਰਤੇ, ਕਹਿਣ ਲੱਗੇ ਭਾਈ ਦੇਖ ਗੁੜ ਨਾ ਖਾਇਆ ਕਰ, ਮਿੱਠਾ ਨਾ ਖਾਇਆ ਕਰ, ਸਿਹਤ ਲਈ ਜ਼ਿਆਦਾ ਮਿੱਠਾ ਚੰਗਾ ਨਹੀਂ ਹੁੰਦਾ। ਮਾਤਾ ਕਹਿੰਦੀ ਬਸ। ਸਭ ਕਹਿੰਦੇ ਹਾਂ ਮਾਤਾ ਬਸ ਇੰਨਾ ਹੀ ਕਹਿਣਾ ਸੀ, ਤੇ ਇੰਨੀ ਗੱਲ 2 ਹਫ਼ਤੇ ਪਹਿਲੋਂ ਕਿਉਂ ਨਾ ਕਹੀ? ਸਭ ਕਹਿੰਦੇ 2 ਹਫ਼ਤੇ ਪਹਿਲੋਂ ਮੈਂ ਵੀ ਮਿੱਠਾ ਖਾਣਾ ਸੀ, ਇਸ ਕਰਕੇ ਨਹੀਂ ਕਹੀ। ਹੁਣ ਮੈਂ ਪਹਿਲੋਂ ਆਪਣੇ ਉੱਤੇ ਕੰਟਰੋਲ ਕੀਤਾ ਹੈ, ਫਿਰ ਮੈਂ ਕਹਿ ਰਿਹਾ। ਤੇ ਮਾਲਕ ਦੇ ਪਾਵਨ ਬਚਨ ਪੜ੍ਹਦੇ ਆ, ਅਵਰ ਉਪਦੇਸ਼ੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਤੇ ਸਾਹਿਬ ਜੇ ਇਹ ਗੱਲ ਕਹਿੰਦੇ ਨੇ ਨਾ, ਤੇ ਮਾਲਕ ਸਿਰਫ ਉਹਨਾਂ ਹੀ ਕਹਿੰਦੇ ਨੇ ਜਿੰਨਾ ਸਤਿਗੁਰੂ ਨੇ ਆਪਣੇ ਜੀਵਨ ਦੇ ਅੰਦਰ ਹੰਡਾਇਆ ਹੈ। ਤੇ ਸਿਰਫ ਗੱਲ ਇੰਨੀ ਹੈ, ਸਾਹਿਬ ਦਾ ਜੀਵਨ ਜਦੋਂ ਤੁਸੀਂ ਗੁਰਮਤਿ ਨੂੰ ਦੇਖੋਗੇ ਤੇ ਹੋਰਾਂ ਦੇ ਜੀਵਨ ਨੂੰ ਦੇਖੋਗੇ, ਸਿਰਫ ਇੰਨਾ ਕਹਿ, ਜਦੋਂ ਸਾਹਿਬ ਨੂੰ ਕਿਸੇ ਨੇ ਆ ਕੇ ਗੱਲ ਕਹੀ ਨਾ ਵੀ ਜੇ ਸੱਚਮੁੱਚ ਹੀ ਹੋ ਨਾ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਇੱਕ ਤਾਂ ਹੈ ਵੀ ਜੋ ਚੱਲ ਰਿਹਾ ਹੈ ਉਹਦੇ ਨਾਲ ਵਹਿ ਜਾਣਾ ਸਭ ਠੀਕ ਹੈ, ਸੌਖਾ ਹੈ। ਚੱਲਦੇ ਹੋਏ ਵਹਿਣ ਦੇ ਨਾਲ ਵਹਿ ਜਾਣਾ ਬੜਾ ਸੌਖਾ ਹੁੰਦਾ ਹੈ, ਪਰ ਜਿੱਧਰੋਂ ਵਹਿਣ ਆ ਰਿਹਾ ਹੈ ਉਸ ਵਹਿਣ ਤੋਂ ਉਲਟ ਚਲੇ ਜਾਣਾ ਬੜਾ ਔਖਾ। ਕਿਸੇ ਅਦੀਬ ਨੇ ਆ ਕੇ ਇਹ ਗੱਲ ਕਹੀ ਸਾਹਿਬ ਨੂੰ ਵੀ ਜੇ ਸੱਚਮੁੱਚ ਹੀ ਤੁਸੀਂ ਕੁਛ ਕਰਨ ਦੇ ਕਾਬਿਲ ਹੋ ਨਾ ਤੇ ਇਦਾਂ ਕਰਕੇ ਦਿਖਾਓ। ਉਹ ਕਹਿੰਦਾ ਬਹਾਰ ਮੇ ਤੋਂ ਮੱਟੀ ਵੀ ਉਗਲ ਦੇਤੀ ਹੈ ਫੂਲ। ਬਹਾਰ ਦਾ ਮੌਸਮ ਹੋਵੇ ਤੇ ਲੋੜ ਨਹੀਂ ਪੈਂਦੀ ਬੀਜ ਪਾਉਣ ਦੀ, ਬਹੁਤ ਕੁਝ ਇਦਾਂ ਹੀ ਪੈਦਾ ਹੋ ਜਾਂਦਾ ਹੈ।
ਕਹਿੰਦਾ ਬਹਾਰ ਮੇ ਤੋਂ ਮਿੱਟੀ ਵੀ ਉਗਲ ਦੇਤੀ ਹੈ ਫੂਲ, ਮਰਦ ਹੈ ਤੋ ਖਿਜ਼ਾ ਮੇ ਬਹਾਰ ਪੈਦਾ ਕਰ। ਮਰਦ ਹੈ ਤੇ ਖਿਜ਼ਾ ਦੇ ਵਿੱਚ, ਪਤਝੜ ਦੇ ਮੌਸਮ ਦੇ ਵਿੱਚ ਬਹਾਰ ਪੈਦਾ ਕਰਕੇ ਦਿਖਾ। ਫੇਰ ਪਤਾ ਲੱਗੇ ਵੀ ਤੂੰ ਸੱਚਮੁੱਚ ਹੀ ਮਰਦ ਹੈ, ਸੱਚਮੁੱਚ ਦਾ ਤੂੰ ਮਾਲੀ ਹੈ। ਨਹੀਂ ਤੇ ਕਹਿਣ ਵਾਲੇ ਤੇ ਬੜੇ ਨੇ, ਇੱਥੇ ਵੀ ਬੜਿਆਂ ਨੇ ਕਿਹਾ ਸੱਚ ਦੀ ਗੱਲ ਕਰਨੀ ਚਾਹੀਦੀ ਹੈ। ਜੇ ਸੱਚਮੁੱਚ ਹੀ ਕੁਝ ਕਰਕੇ ਦਿਖਾ ਦਵੋ ਨਾ, ਫੇਰ ਪਤਾ ਲੱਗੇ। ਇੱਥੇ ਬੜੇ ਨੇ ਜਿਹੜੇ ਕਹਿੰਦੇ ਨੇ, ਤੁਸੀਂ ਵੀ ਕਹਿੰਦੇ ਹੋ ਨਾ ਵੀ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਇੱਦਾਂ ਦੇ ਕਹਿਣ ਵਾਲੇ ਬਹੁਤ ਨੇ। ਜੇ ਸੱਚਮੁੱਚ ਇੱਦਾਂ ਦਾ ਕੁਝ ਕਰਕੇ ਦਿਖਾਓ ਤੇ ਫੇਰ ਪਤਾ ਲੱਗੇਗਾ। ਸਭ ਕਿਰਪਾਲੂ ਨੂੰ ਜਦੋਂ ਇਹ ਬਚਨ ਕਹੇ ਤੇ ਮਾਲਕ ਕਹਿੰਦੇ ਦੇਖੀ ਭਲਿਆ, ਕੋਈ ਕੀ ਕਹਿੰਦਾ ਹੋਵੇ, ਕਿਸੇ ਦਾ ਜੀਵਨ ਕਿੱਦਾਂ ਦਾ ਹੋਵੇ, ਆਪਾਂ ਕੀ ਲੈਣਾ ਹੈ। ਪਰ ਜਿਹੜੀ ਗੱਲ ਹੈ ਨਾ ਉਹ ਇੰਨੀ ਕੁ ਹੈ ਵੀ ਜੇ ਬਾਬਰ ਵੀ ਖਲੋਤਾ ਹੈ ਤੇ ਜਾਬਰ ਕਿਹਾ ਜਾਵੇਗਾ ਉਹਨੂੰ। ਕੋਈ ਮਸਲਾ ਨਹੀਂ ਹੈ ਵੀ ਉਹਦੇ ਕੋਲ ਤਾਕਤ ਕਿੰਨੀ ਹੈ। ਇਹੀ ਤੇ ਗੱਲ ਸੀ ਨਾ। ਇੱਕ ਪਾਸੇ ਤੇ ਦੁਨੀਆ ਇਹ ਕਹਿੰਦੀ ਹੈ ਕਵਨ ਨਿਰਪ ਹੋਏ ਹਮੇ ਕਿਆ ਹਾਨੀ। ਇੱਕ ਪਾਸੇ ਸਾਹਿਬ ਕਹਿੰਦੇ ਨੇ ਵੀ ਇਸ ਗੱਲ ਦੇ ਨਾਲ ਮਸਲਾ ਨਹੀਂ ਹੈ ਵੀ ਸਾਹਮਣੇ ਕੌਣ ਹੈ। ਇੱਥੇ ਕਿਸੇ ਧਰਮ ਦੀ ਲੜਾਈ ਨਹੀਂ ਹੈ, ਕਿਸੇ ਜ਼ਾਤ ਦਾ ਰੌਲਾ ਨਹੀਂ ਹੈ। ਇੱਥੇ ਤੇ ਸਿਰਫ ਇੰਨਾ ਕੁ ਹੈ ਵੀ ਇੰਨਾ ਖਿਆਲ ਰੱਖਿਆ ਜਾਵੇਗਾ, ਜ਼ਾਲਮ ਤੇ ਮਜ਼ਲੂਮ ਦੇ ਵਿੱਚ ਗੁਰੂ ਨਾਨਕ ਦਾ ਘਰ ਖਲੋਤਾ ਮਿਲੇਗਾ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਵੋ 1469 ਤੋਂ ਅੱਜ ਤੱਕ ਦਾ, ਤੁਹਾਨੂੰ ਇਹ ਦੋਵੇਂ ਚੀਜ਼ਾਂ ਹਰੇਕ ਥਾਂ ਮਿਲ ਲੱਗੀਆਂ। ਇੱਕ ਪਾਸੇ ਜ਼ਾਲਮ ਮਿਲੇਗਾ, ਇੱਕ ਪਾਸੇ ਮਜ਼ਲੂਮ ਮਿਲੇਗਾ, ਔਰ ਉਹਨਾਂ ਦੋਵਾਂ ਦੇ ਵਿੱਚ ਗੁਰੂ ਨਾਨਕ ਦਾ ਘਰ ਜ਼ਰੂਰ ਮਿਲੇਗਾ। ਭਾਵੇਂ ਉਹ ਕਿਸੇ ਸਮੇਂ ਦੀ ਗੱਲ ਹੋਵੇ, 1469 ਦੀ ਗੱਲ ਹੋਵੇ ਜਾਂ ਫਿਰ ਅੱਜ ਦੀ ਗੱਲ ਹੋਵੇ, ਇਹ ਗੱਲ ਬਰਾਬਰ ਚੱਲੇਗੀ ਹਰੇਕ ਥਾਂ ਦੇ ਉੱਤੇ। ਕਿਉਂਕਿ ਰੌਲਾ ਹੀ ਇਸੇ ਗੱਲ ਦਾ ਸੀ, ਨੀਚਾਂ ਅੰਦਰ ਨੀਚ ਜ਼ਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕਾ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਸ ਦਿਨ ਅਨੰਦਪੁਰ ਸਾਹਿਬ ਦੇ ਅੰਦਰ ਇਹ ਗੱਲ ਸਿਖਾਈ ਜਾਣ ਲੱਗੀ, ਜਿੱਥੋਂ ਹਰੇਕ ਚੀਜ਼ ਦਾ ਮੁੱਢ ਵੱਜਦਾ ਹੈ, ਜਿਸ ਦਿਨ ਇਹ ਗੱਲ ਸਿਖਾਈ ਜਾਣ ਲੱਗੀ ਅਨੰਦਪੁਰ ਸਾਹਿਬ ਦੇ ਅੰਦਰ, ਹੁਣ ਇੱਕ ਸਿਰਫ ਇੱਕੋ ਹੀ ਗੱਲ ਸੀ ਉੱਥੇ। ਸ਼ਰਤ ਇੰਨੀ ਸੀ, ਤੁਸੀਂ ਆਪਾ ਸਮਰਪਿਤ ਕਰੋ, ਤੁਹਾਨੂੰ ਆਜ਼ਾਦੀ ਦਿੱਤੀ ਜਾਏਗੀ। ਇੱਥੇ ਸੋਚ ਸੀ ਨਾ ਵੀ ਗੁਲਾਮ ਰੱਖਣਾ ਹੈ। ਲੜਾਈ ਤੇ ਇਸੇ ਹੀ ਗੱਲ ਦੀ ਹੈ ਵੀ ਇੱਕ ਕਹਿੰਦੇ ਨੇ ਪੈਰਾਂ 'ਚ ਰੱਖਣਾ ਹੈ, ਇੱਕ ਕਹਿੰਦਾ ਹੈ ਬਰਾਬਰ ਬਿਠਾਉਣਾ ਹੈ। ਮਸਲਾ ਤੇ ਸਿਰਫ ਇੰਨਾ ਕੀ ਹੈ। ਇੱਕ ਪਾਸੇ ਆਜ਼ਾਦੀ ਦੀ ਗੱਲ ਹੈ, ਇੱਕ ਪਾਸੇ ਗੁਲਾਮੀ ਦੀ ਗੱਲ ਹੈ, ਇੱਕ ਪਾਸੇ ਕਿਰਪਾਨ ਦੀ ਗੱਲ ਹੈ, ਇੱਕ ਪਾਸੇ ਤਲਵਾਰ ਦੀ ਗੱਲ ਹੈ ਤੇ ਉਹੀ, ਪਰ ਫਰਕ ਬਹੁਤ ਹੈ। ਇੱਕ ਪਾਸੇ ਤਲਵਾਰ ਦਾ ਮਸਲਾ ਹੈ, ਉਹ ਕਹਿੰਦੇ ਨੇ ਪੈਰਾਂ 'ਚ ਬਿਠਾਉਣਾ ਹੈ ਤਲਵਾਰ ਦੇ ਨਾਲ। ਇੱਕ ਪਾਸੇ ਕਿਰਪਾਨ ਹੈ ਜਿਹੜੀ ਕਹਿੰਦੀ ਹੈ ਕਿਰਪਾ ਹੋਏਗੀ, ਇਹਨੂੰ ਹੱਥ 'ਚ ਫੜ, ਸ਼ਰਨ 'ਚ ਆ, ਇਹਨੂੰ ਹੱਥ 'ਚ ਫੜ ਤੇ ਕਿਰਪਾ ਹੋਏਗੀ। ਤੇ ਜਿਹਦੇ ਹੱਥ 'ਚ ਹੋਏਗੀ ਉਹ ਕਿਰਪਾ ਹੀ ਕਰੇਗਾ। ਕਿਉਂਕਿ ਤਲਵਾਰ ਦਾ ਤੇ ਇੰਨਾ ਹੀ ਹੈ ਨਾ, ਆਰ ਦਾ ਮਤਲਬ ਹੁੰਦਾ ਹੈ ਦੁਸ਼ਮਣ, ਤੇ ਤਲਵ ਪੈਰ, ਪੈਰਾਂ ਦੇ ਵਿੱਚ ਰੱਖਣਾ ਜਿਹੜਾ ਨੀਵਾਂ ਹੈ। ਤਲਵਾਰ ਦਾ ਇੰਨਾ ਸੀ। ਇੱਕ ਪਾਸੇ ਤਲਵਾਰ ਹੈ ਬਾਬਰ ਕਿਆਂ ਦੇ ਕੋਲ, ਇੱਕ ਪਾਸੇ ਬਾਬੇ ਕਿਆਂ ਦੇ ਕੋਲ ਕਿਰਪਾਨ ਹੈ। ਰੌਲਾ ਸਿਰਫ ਇਸੇ ਗੱਲ ਦਾ। ਜਦੋਂ ਇੰਨਾ ਕੁਝ ਹੁੰਦਾ ਹੈ, ਇੱਕ ਹੋਰ ਖਾਸ ਘਟਨਾ, ਜਿਸ ਵਕਤ ਕਰਤਾਰਪੁਰ ਸਾਹਿਬ ਦੀ ਜੰਗ ਹੁੰਦੀ ਹੈ, ਜਿਹਦੇ ਵਿੱਚ ਕਾਲੇ ਖਾਂ ਤੇ ਪੈਂਦੇ ਖਾਂ ਮਾਰੇ ਜਾਂਦੇ ਨੇ, ਉਸ ਜੰਗ ਤੋਂ ਬਾਅਦ ਸਾਹਿਬ ਕਿਰਪਾਲੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਰੁਮਾਲ ਤੇ ਇੱਕ ਕਟਾਰ ਬਖਸ਼ੀ ਸੀ। ਤੁਸੀਂ ਖਿਆਲ ਕਰਿਆ ਜੀ, ਉਹ ਰੁਮਾਲ ਅੱਗੇ ਜਾ ਕੇ ਧਰਮ ਦੀ ਚਾਦਰ ਬਣਦਾ ਹੈ। ਕਿਉਂਕਿ ਸ਼ੁਰੂਆਤ ਬਚਪਨ ਤੋਂ ਹੋ ਜਾਂਦੀ ਹੈ। ਜਿਸ ਵਕਤ ਵਿਆਹ ਦੇ ਸਮੇਂ ਦੇ ਵਿੱਚ ਸਾਹਿਬ ਕਿਰਪਾਲੂ ਆਪਣੇ ਬਸਤਰ ਉਤਾਰ ਕੇ ਇੱਕ ਉਸ ਬਾਲਕ ਨੂੰ ਪਾ ਕੇ ਜਾਂਦੇ ਨੇ ਵੀ ਜਿਹਨੂੰ ਠੰਡ ਲੱਗਦੀ ਹੈ, ਤੇ ਜੇ ਕੋਈ ਪੁੱਛਦਾ ਹੈ ਨਾ ਵੀ ਬੇਟਾ ਆਹ ਕੀ ਕੀਤਾ, ਆਪਣੇ ਇੰਨੇ ਮਹਿੰਗੇ ਵਸਤਰ ਜਿਹੜੇ ਸਿਰਫ ਵਿਆਹ ਵਾਸਤੇ ਤਿਆਰ ਕਰਾਏ ਸੀ, ਉਹ ਉਤਾਰ ਕੇ ਤੁਸੀਂ ਦੇ ਦਿੱਤੇ, ਇਹ ਕਿਹੜੀ ਗੱਲ ਹੋਈ। ਹੁਣ ਇੱਕਦਮ ਆਪਾਂ ਜਾਣਾ ਹੈ, ਬਰਾਤ ਦੀ ਤਿਆਰੀ ਹੋ ਗਈ ਹੈ, ਤੇ ਤੁਸੀਂ ਆਪਣੇ ਵਸਤਰ ਉਤਾਰ ਕੇ ਦੇ ਦਿੱਤੇ। ਤੇ ਉਸ ਵਕਤ ਸਾਹਿਬ ਨੇ ਜਵਾਬ ਦਿੱਤਾ, ਕਹਿਣ ਲੱਗੇ ਮੇਰੇ ਕੋਲੋਂ ਦੇਖਿਆ ਨਹੀਂ ਗਿਆ,
ਕਿਸੇ ਦਾ ਨੰਗੇਜ ਮੈਂ ਦੇਖ ਨਹੀਂ ਸਕਦਾ। ਤੇ ਉਸ ਵਕਤ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇਹ ਬਚਨ ਵਰਤੇ ਸਨ, ਕਹਿਣ ਲੱਗੇ ਵੀ ਗੁੱਸਾ ਨਹੀਂ ਕਰਨਾ, ਇਹਦੇ ਉੱਤੇ ਨਾਰਾਜ਼ਗੀ ਨਹੀਂ ਕਰਨੀ। ਇਹ ਉਹੀ ਹੈ ਜਿਹਦੇ ਵਾਸਤੇ ਕਦੇ ਇਹ ਸ਼ਬਦ ਵਰਤੇ ਸਨ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ, ਅੱਜ ਇਹਨੇ ਉਹਦਾ ਨੰਗੇਜ ਢੱਕਿਆ ਹੈ, ਆਉਣ ਵਾਲੇ ਸਮੇਂ ਦੇ ਵਿੱਚ ਇੱਜ਼ਤਾਂ ਇਦਾਂ ਹੀ ਢੱਕੇਗਾ। ਉਹਦੇ ਵਾਸਤੇ ਭਾਵੇਂ ਇਹਨੂੰ ਆਪਾ ਵਾਰਨਾ ਪਵੇ, ਭਾਵੇਂ ਉਹਨੂੰ ਸਾਰਾ ਕੁਝ ਵਾਰਨਾ ਪੈ ਜਾਵੇ, ਇਹ ਪਿੱਛੇ ਨਹੀਂ ਜਾਏਗਾ। ਇਹੀ ਹੈ ਧਰਮ ਦੀ ਚਾਦਰ ਔਰ ਆਪਾ ਵਾਰਨਾ ਤੇ ਬਰਾਬਰਤਾ ਦੀ। ਕਿਉਂਕਿ ਜਿੱਥੇ ਸੱਚ ਦੀ ਗੱਲ ਹੋਏਗੀ, ਸਭ ਕਹਿੰਦੇ ਨਾ ਸੱਚ ਦੀ ਗੱਲ ਕਰਨੀ ਜ਼ਰੂਰੀ ਹੈ, ਔਰ ਇਹਦੇ ਬਦਲੇ ਦੇ ਵਿੱਚ ਸੱਚ ਬੋਲਣਾ ਐਡਾ ਸੌਖਾ ਨਹੀਂ ਹੈ। ਹੁਣ ਕਿਸੇ ਦੇ ਨਾਲ ਲੜਾਈ ਤੇ ਨਹੀਂ ਹੈ ਨਾ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ, ਕੋਈ ਲੜਾਈ ਥੋੜੀ ਨਾ ਹੈ, ਕਿਸੇ ਗੱਲ ਦਾ ਕੋਈ ਝਗੜਾ ਨਹੀਂ ਹੈ, ਕਿਸੇ ਨੂੰ ਕੁਝ ਨਹੀਂ ਕਿਹਾ ਜਾਂਦਾ। ਗੱਲ ਤੇ ਸਿਰਫ ਇੰਨੀ ਹੈ ਨਾ ਵੀ ਸੱਚ ਬੋਲਿਆ ਜਾਏਗਾ ਭਾਈ, ਇਸ ਤੋਂ ਇਲਾਵਾ ਕੁਝ ਨਹੀਂ। ਹਾਂ, ਕਹਿਣ ਲੱਗਿਆ ਜਹਾਂਗੀਰ ਇਹ ਗੱਲ ਜ਼ਰੂਰ ਲਿਖਦਾ ਹੈ ਤੁਸਕੇ ਜਹਾਂਗੀਰੀ ਦੇ ਅੰਦਰ, ਈ ਦੁਕਾਨੇ ਬਾਤਲ ਰਾ ਬਰਤਰਫ ਬਾਇਦ ਸਾਖਤ। ਉਹ ਕਹਿੰਦਾ ਇਹ ਝੂਠ ਦੀ ਦੁਕਾਨ, ਗੱਲਾਂ ਦੀ ਦੁਕਾਨ ਮੈਂ ਤਾਕਤ ਦੇ ਨਾਲ ਬੰਦ ਕਰ ਦਿੱਤੀ, ਪਰ ਜੇ ਉਹ ਸੱਚਮੁੱਚ ਝੂਠ ਦੀ ਦੁਕਾਨ ਹੁੰਦੀ ਨਾ ਫਿਰ ਉਹ ਬੰਦ ਹੋ ਜਾਣੀ ਸੀ। ਝੂਠ ਦੀ ਦੁਕਾਨ ਹੁੰਦੀ ਤੇ ਜਿੰਨਾ ਜ਼ੋਰ ਲਾਇਆ ਗਿਆ ਅੱਜ ਤੱਕ ਬੰਦ ਹੋ ਜਾਂਦੀ। ਪਰ ਇੱਥੇ ਤੇ ਗੱਲ ਹੀ ਇੰਨੀ ਕਹਿ ਸੱਚ ਸੁਣਾਏ ਸੀ, ਸੱਚ ਕੀ ਬੇੜਾ। ਇੱਥੇ ਤੇ ਸਿਰਫ ਹੀ ਗੱਲ ਇੰਨੀ ਹੈ, ਇੱਥੇ ਇਸ ਤੋਂ ਜ਼ਿਆਦਾ ਤੇ ਹੈ ਹੀ ਨਹੀਂ ਤੇ ਨਾ ਇਸ ਤੋਂ ਘੱਟ ਕੁਝ ਹੈ। ਸਿਰਫ ਸੱਚ ਦੀ ਬਾਤ ਹੈ, ਔਰ ਉਸ ਸੱਚ ਦੀ ਬਾਤ ਦੇ ਬਦਲੇ ਦੇ ਵਿੱਚ ਕਿੰਨਾ ਕੁਝ ਦਾਅ ਤੇ ਲਾਉਣਾ ਪੈ ਜਾਵੇ, ਇਸ ਗੱਲ ਦੇ ਨਾਲ ਕੋਈ ਵਾਸਤਾ ਨਹੀਂ ਹੈ, ਕੋਈ ਮਸਲਾ ਨਹੀਂ ਹੈ। ਇਹਨਾਂ ਕੋ ਖਿਆਲ ਰੱਖਣਾ ਹੈ। ਜਿਹੜੀ ਗੱਲ ਸਾਹਿਬ ਨੇ ਸਿਖਾਈ ਹੈ ਨਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਤੁਸੀਂ ਲੜੀ ਨੂੰ ਦੇਖ ਲਵੋ ਸਾਰੀ 1469 ਤੋਂ ਲੈ ਕਰਕੇ ਜੇ ਸਾਹਿਬ ਕਿਲੇ ਦੇ ਅੰਦਰ ਕੈਦ ਹੁੰਦੇ ਨੇ, ਬਾਬਰ ਦੀ ਜੇਲ੍ਹ ਦੇ ਵਿੱਚ ਜਾਂਦੇ ਨੇ, ਉੱਥੇ ਸਾਹਿਬ ਦੇ ਨਾਲ ਕੋਈ ਰੌਲਾ ਥੋੜੀ ਨਾ ਹੈ। ਉੱਥੇ ਵੀ ਗੱਲ ਇੰਨੀ ਕਹੀ ਜਾਂਦੀ ਹੈ ਨਾ, ਭਾਈ ਤੂੰ ਜ਼ੁਲਮ ਕਰ ਰਿਹਾ ਹੈ, ਜਿਹੜਾ ਮਾੜਾ ਹੈ ਤਾਂ ਵੀ ਜੇਲ੍ਹ ਹੁੰਦੀ ਹੈ। ਉੱਥੇ ਸਿਰਫ ਇਸ ਕਰਕੇ ਵੀ ਇੱਕ ਦੌੜੇ ਆਉਂਦੇ ਨੂੰ, ਮੈਦਾਨੇ ਜੰਗ ਛੱਡ ਕੇ ਆਉਂਦੇ ਨੂੰ ਸਿਰ ਨਹੀਂ ਝੁਕਾਇਆ ਜਾਂ ਅੱਗਿਓਂ ਮਿਲ ਨਹੀਂ ਆਏ, ਤੇ ਉੱਥੇ ਆਪਣੀ ਤਲਵਾਰ ਨੂੰ ਕੱਢਦਾ ਏ ਵੀ ਖਤਮ ਕਰ ਦੇਵਾਂਗਾ, ਤੁਸੀਂ ਮੇਰੇ ਅੱਗੇ ਝੁਕੇ ਨਹੀਂ। ਤੇ ਸਾਹਿਬ ਕਹਿੰਦੇ ਜਦੋਂ ਇਹ ਕਿਰਪਾਨ, ਇਹ ਤਲਵਾਰ ਤੇਰੀ ਮੈਦਾਨੇ ਜੰਗ 'ਚ ਨਿਕਲਣੀ ਚਾਹੀਦੀ ਸੀ, ਉਦੋਂ ਤੇ ਨਿਕਲੀ ਨਹੀਂ। ਤੇ ਉਸ ਦਿਨ ਵੀ ਰੌਲਾ ਪੈਂਦਾ ਹੈ, ਉਸ ਦਿਨ ਵੀ ਇਹੀ ਕਿਹਾ ਗਿਆ ਨਾ ਵੀ ਜਦੋਂ ਸ਼ੇਰ ਸ਼ਾਹ ਸੂਰੀ ਆ ਕੇ ਤੇਰੇ ਅੱਗੇ ਸਾਹਮਣੇ ਖਲੋਂਦਾ ਏ, ਤੂੰ ਦੌੜ ਕੇ ਆ ਗਏ। ਅੱਜ ਕੀ ਗੱਲ ਹੈ? ਇੱਥੇ ਫਕੀਰਾਂ ਦੇ ਉੱਤੇ ਕੱਢਣ ਦੀ ਲੋੜ ਨਹੀਂ, ਲੋੜ ਜਿੱਥੇ ਸੀ ਉੱਥੇ ਕੱਢਣੀ ਸੀ। ਜਿੱਥੇ ਲੋੜ ਹੈ ਉੱਥੇ ਗੱਲ ਕਰਨਾ, ਇੱਥੇ ਕਰਨ ਦੀ ਕੀ ਲੋੜ ਹੈ? ਇੱਥੇ ਤੇ ਵਾਸਤਾ ਹੀ ਕੋਈ ਨਹੀਂ ਹੈ, ਇੱਥੇ ਤੇ ਮਸਲਾ ਹੀ ਕੋਈ ਨਹੀਂ, ਇੱਥੇ ਤੇ ਕਿਸੇ ਨੂੰ ਕੁਝ ਕਿਹਾ ਹੀ ਨਹੀਂ ਜਾਂਦਾ। ਇੱਥੇ ਤੇ ਸਿਰਫ ਸੱਚ ਦੀ ਗੱਲ ਸਿਖਾਈ ਜਾਂਦੀ ਹੈ। ਉਹ ਤੁਹਾਨੂੰ ਪਸੰਦ ਨਹੀਂ, ਕਿਉਂਕਿ ਝੂਠ ਸੱਚ ਨੂੰ ਪਸੰਦ ਨਹੀਂ ਕਰਦਾ। ਉੱਥੇ ਤੇ ਸਿਰਫ ਇੰਨਾ ਹੈ ਕਿ ਝੂਠ ਹੈ ਤੇ ਝੂਠ ਦੇ ਨਾਲ ਰਲ ਕੇ ਤੁਸੀਂ ਝੂਠ ਬੋਲੋ, ਬਹੁਤ ਸੌਖਾ ਹੈ। ਤੇ ਸਾਹਿਬ ਕਹਿੰਦੇ ਜੇ ਕਿਸੇ ਨੇ ਸੱਚ ਬੋਲ ਦਿੱਤਾ, ਜੇ ਕੋ ਬੋਲਾ ਸੱਚ ਕੂੜਾ ਜਲ ਜਾਵੇ, ਝੂਠਾ ਸੜੇਗਾ। ਔਰ ਇਹੀ ਮਸਲਾ ਸੀ ਵੀ ਝੂਠ ਸੜਦਾ ਏ, ਤੇ ਝੂਠ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਤੁਹਾਨੂੰ ਤਵੀ ਦੇ ਉੱਤੇ ਬਿਠਾ ਦੇਵੇਗਾ, ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਵੀ ਮੈਂ ਸੱਚਾ ਵਾਂ। ਇਸ ਕਰਕੇ ਤੁਸੀਂ ਤਵੀ ਦੇ ਉੱਤੇ ਬੈਠੋ, ਆਪਣੀ ਜਾਨ ਤੁਹਾਨੂੰ ਛੱਡਣੀ ਪਏਗੀ, ਨਹੀਂ ਤੇ ਮੇਰੀ ਗੱਲ ਕਰੋ ਜੋ ਮੈਂ ਕਹਿ ਰਿਹਾ, ਕਿਉਂਕਿ ਮੈਂ ਸੱਚਾ ਵਾਂ। ਝੂਠਾ ਆਪਣੇ ਆਪ ਨੂੰ ਕਦੇ ਇਹ ਗੱਲ ਨਹੀਂ ਕਹੇਗਾ ਵੀ ਮੈਂ ਝੂਠਾ ਵਾਂ, ਉਹ ਸੱਚਾ ਹੀ ਮੰਨੇਗਾ। ਉਹ ਕਹੇਗਾ ਮੈਂ ਹੀ ਸੱਚਾ ਵਾਂ, ਉਹ ਇਹੀ ਕਹੇਗਾ ਬਾਰ-ਬਾਰ ਕਿ ਜੋ ਮੈਂ ਕਹਿ ਰਿਹਾ ਇਹੀ ਅਟਲ ਸੱਚਾਈ ਹੈ। ਉਹ ਸਾਰਾ ਜ਼ੋਰ ਲਾਏਗਾ, ਇੱਕ ਝੂਠ ਫਿਰ ਦੂਜਾ ਝੂਠ, ਦੂਜੇ ਤੋਂ ਬਾਅਦ ਤੀਜਾ ਝੂਠ। ਪਰ ਕਦੋਂ ਤੱਕ ਝੂਠ ਬੋਲੇਗਾ? ਅਖੀਰ ਸਮਝ ਆ ਜਾਏਗੀ। ਜੇ ਕਿਸੇ ਦੇ ਮਨ ਦੇ ਅੰਦਰ ਥੋੜਾ ਬਹੁਤ ਵੀ ਹੈਗਾ ਸੀ ਨਾ, ਉਦੋਂ ਉਹ ਵੀ ਪੱਕੇ ਹੋ ਗਏ ਵੀ ਨਹੀਂ, ਇੱਥੇ ਹੀ ਠੀਕ ਹੈ, ਆਹੀ ਸੱਚ ਹੈ। ਔਰ ਇਸੇ ਹੀ ਘਰ ਦੇ ਨਾਲ ਜੁੜੇ ਰਹਿਣ ਦਾ ਸਾਰਿਆਂ ਤੋਂ ਜ਼ਿਆਦਾ ਲਾਹਾ ਪ੍ਰਾਪਤ ਹੋਵੇਗਾ ਜੇ ਸੱਚ ਦੇ ਨਾਲ ਜੁੜੇ ਰਵਾਂਗੇ। ਫਿਰ ਸਾਰੀਆਂ ਬਖਸ਼ਿਸ਼ਾਂ ਨੇ, ਫਿਰ ਕਿਸੇ ਗੱਲ ਦਾ ਘਾਟਾ ਨਹੀਂ ਜੇ ਗੁਰੂ ਦੀ ਰਹਿਮਤ ਲੈਣੀ ਹੈ। ਤੇ ਇੱਦਾਂ ਹੀ ਸਾਹਿਬ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਸ ਦਿਨ ਸੱਚ ਦੀ ਗੱਲ ਕਰਦੇ ਨੇ, ਔਰ ਸੱਚ ਦਾ ਹੀ ਮਸਲਾ ਸੀ, ਬਰਾਬਰਤਾ ਤੇ ਇੱਜ਼ਤ ਦੀ ਗੱਲ ਸੀ, ਰੋਕਿਆ ਜਾਂਦਾ ਹੈ ਵੀ ਸ਼ਿਕਾਰ ਨਹੀਂ ਕਰਨਾ।
ਮਸਲਾ ਸੀ ਨਾ, ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ ਖਾਏ। ਇੱਕ ਕਹਿੰਦਾ ਹੈ ਵੀ ਸ਼ਿਕਾਰ ਨਹੀਂ ਕਰ ਸਕਦੇ ਤੁਸੀਂ, ਘੋੜੇ ਤੇ ਨਹੀਂ ਚੜ੍ਹ ਸਕਦੇ, ਬਾਜ਼ ਨਹੀਂ ਰੱਖ ਸਕਦੇ। ਸਭ ਕਹਿੰਦੇ ਇਹ ਮਸਲਾ ਨਹੀਂ ਹੈ, ਤੂੰ ਧੱਕੇ ਦੇ ਨਾਲ ਗੁਲਾਮ ਨਹੀਂ ਬਣਾ ਸਕਦਾ, ਤੂੰ ਜ਼ੋਰ ਲਾ ਕੇ ਦੇਖ ਲੈ, ਗੁਲਾਮੀ ਤੇਰੀ ਪ੍ਰਵਾਨ ਨਹੀਂ ਕੀਤੀ ਜਾਏਗੀ। ਜਿਨ੍ਹਾਂ ਨੂੰ ਆਦਤ ਹੈ ਨਾ ਗੁਲਾਮੀ ਦੀ, ਜਿਨ੍ਹਾਂ ਨੂੰ ਅੱਜ ਤੱਕ ਲੱਗਦਾ ਸੀ ਵੀ ਗੁਲਾਮੀ ਉਹ ਚੰਗੀ ਹੈ, ਉਹਨਾਂ ਦੇ ਖਿਆਲਾਂ 'ਚੋਂ ਵੀ ਹੁਣ ਜਿਹੜੀ ਗੁਲਾਮੀ ਹੈ ਨਾ ਨਿਕਲਣ ਲੱਗ ਗਈ। ਔਰ ਇਸੇ ਦਾ ਸਬੂਤ ਸੀ ਜਿਸ ਦਿਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਥੋੜ੍ਹੇ ਜਿਹੇ ਸਿੰਘਾਂ ਦੇ ਨਾਲ ਸ਼ਿਕਾਰ ਵਾਸਤੇ ਨਿਕਲਦੇ ਨੇ ਔਰ ਬਲੀਆ ਚੰਦ ਹਮਲਾ ਕਰਦਾ ਏ। ਹੁਣ ਬਲੀਆ ਚੰਦ ਨੇ ਸੋਚਿਆ ਸੀ ਵੀ ਇਹ ਤੇ ਥੋੜ੍ਹੇ ਜਿਹੇ ਨੇ, ਇਹਨਾਂ ਨੂੰ ਕਿਹੜਾ ਲੜਨਾ ਆਉਂਦਾ ਏ, ਹਰਾ ਲਵਾਂਗੇ, ਸੰਸਾਰ ਦੇ ਅੰਦਰ ਇਹ ਪਤਾ ਲੱਗ ਜਾਏਗਾ ਵੀ ਦੇਖੋ ਜੀ ਅਸੀਂ ਇਹਨਾਂ ਮਹਾਨ ਜਿਹੜਾ ਆਪਣੇ ਆਪ ਨੂੰ ਅਖਾਉਂਦਾ ਸੀ ਉਹਨੂੰ ਹਰਾ ਕੇ ਆਏ ਆ। ਔਰ ਪਹਾੜੀ ਰਾਜਿਆਂ ਦੇ ਵਿੱਚ ਪੈਠ ਬਣ ਜਾਏਗੀ, ਇੱਜ਼ਤ ਮਿਲ ਜਾਏਗੀ। ਅਜੇ ਘੱਟ ਇੱਜ਼ਤ ਹੈ, ਛੋਟਾ ਵਾਂ, ਫਿਰ ਇੱਜ਼ਤ ਬਣ ਜਾਏਗੀ ਵੀ ਜਿਹਨੂੰ ਕੋਈ ਨਹੀਂ ਸੀ ਹਰਾ ਪਾਉਂਦਾ ਮੈਂ ਹਰਾ ਲਿਆ। ਵੀ ਜਿਹੜਾ ਸਾਨੂੰ ਵੰਗਾਰਦਾ ਸੀ ਨਾ ਬਾਰ-ਬਾਰ, ਅਸੀਂ ਉਹਨੂੰ ਹਰਾ ਕੇ ਆਏ ਆ। ਪਰ ਜਿਸ ਦਿਨ ਮੈਦਾਨੇ ਜੰਗ 'ਚੋਂ ਭੱਜਣਾ ਪੈ ਗਿਆ, ਉਸੇ ਦਿਨ ਸੁਨੇਹੇ ਭੇਜ ਦਿੱਤੇ ਭੀਮ ਚੰਦ ਨੂੰ ਵੀ ਜਿਨ੍ਹਾਂ ਨੂੰ ਅੱਜ ਤੱਕ ਪੈਰਾਂ 'ਚ ਰੱਖਿਆ ਸੀ ਨਾ, ਅੱਗੇ ਤੇ ਉਹ ਬਰਾਬਰਤਾ ਦੀ ਗੱਲ ਕਰਦਿਆਂ ਸ਼ਿਕਾਰ ਹੀ ਖੇਡਦੇ ਸੀ। ਅੱਗੇ ਤੇ ਸਿਰਫ ਇੰਨਾ ਸੀ ਨਾ ਵੀ ਸ਼ਿਕਾਰ ਖੇਡਦੇ ਸੀ, ਘੋੜੇ ਤੇ ਚੜ੍ਹਦੇ ਸੀ। ਅੱਜ ਸਾਨੂੰ ਉਹਨਾਂ ਨੇ ਹਰਾ ਕੇ ਭੇਜ ਦਿੱਤਾ। ਰੌਲਾ ਇਸੇ ਹੀ ਗੱਲ ਦਾ ਸੀ ਵੀ ਜਿਹੜੇ ਪੈਰਾਂ 'ਚ ਬੈਠਦੇ ਸੀ ਅੱਜ ਤੱਕ, ਉਹ ਅੱਜ ਬਰਾਬਰ ਸਾਹਮਣੇ ਲੜਨਾ ਸ਼ੁਰੂ ਕਰ ਦਿੱਤਾ ਨੇ ਇਹਨਾਂ ਨੇ। ਇਸ ਗੱਲ ਦਾ ਸਾਰਿਆਂ ਤੋਂ ਜ਼ਿਆਦਾ ਰੌਲਾ ਸੀ ਉੱਥੇ ਵੀ ਹੁਣ ਗਲਤ ਹੋ ਰਿਹਾ ਹੈ, ਹੁਣ ਤੇ ਸਾਡੇ ਬਿਲਕੁਲ ਬਰਾਬਰ ਹੋ ਗਏ ਨੇ। ਅਸੀਂ ਤੇ ਪੈਰਾਂ 'ਚ ਰੱਖਦੇ ਸੀ, ਅਸੀਂ ਨੀਵੇਂ ਬਣਾ ਕੇ ਰੱਖਿਆ ਇਹਨਾਂ ਨੂੰ, ਅਸੀਂ ਤੇ ਗੁਲਾਮੀ ਕਰਵਾਉਣੀ ਸੀ ਇਹਨਾਂ ਦੇ ਕੋਲੋਂ, ਇਹ ਤਾਂ ਸਾਡੇ ਬਰਾਬਰ ਆ ਗਏ, ਇਹ ਤਾਂ ਸਾਰਾ ਕੁਝ ਹੀ ਬਰਾਬਰਤਾ ਵਾਲਾ ਕਰਨ ਲੱਗ ਗਏ। ਔਰ ਇਹੀ ਗੱਲ ਸੀ ਕਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਇਹ ਗੱਲ ਕਹੀ ਗਈ, ਕਿਉਂਕਿ ਉਸ ਵਕਤ ਇਸਲਾਮ ਦਾ ਰਾਜ ਸੀ ਤੇ ਰਾਗ ਗਾਉਣ ਦੀ ਮਨਾਹੀ ਸੀ। ਸਭ ਨੂੰ ਇਹ ਗੱਲ ਕਹੀ ਗਈ ਵੀ ਰਾਗ ਗਾਉਣੇ ਬੰਦ ਕਰ ਦੇਵੋ, ਇਸਲਾਮੀ ਰਾਜ ਹੈ। ਸਭ ਨੇ ਕਿਹਾ ਠੀਕ ਹੈ, ਬੰਦ ਕਰ ਦਿੰਦੇ ਆ ਜਿਹੜੇ ਅੱਜ ਤੱਕ ਗਾਏ ਜਾਂਦੇ ਨੇ, ਅਸੀਂ ਨਵਾਂ ਬਣਾ ਕੇ ਗਾਵਾਂਗੇ। ਤੂੰ ਜ਼ਬਰਦਸਤੀ ਕੋਈ ਕੰਮ ਨਹੀਂ ਕਰਵਾ ਸਕਦਾ। ਮਸਲਾ ਇਹ ਨਹੀਂ ਹੈ ਵੀ ਰਾਗ ਮਾੜਾ ਹੈ, ਸਿਰਫ ਗੱਲ ਇਹ ਨਹੀਂ ਹੈ ਵੀ ਰਾਗ ਦੇ ਵਿੱਚ ਪਾਇਆ ਕੀ ਹੈ, ਭਾਂਡੇ ਦੇ ਵਿੱਚ ਹੈ ਕਿ ਇਹ ਗੱਲ ਵੇਖੋ ਨਾ। ਤੁਸੀਂ ਰਾਗ ਨੂੰ ਮਾੜਾ ਨਹੀਂ ਕਹਿ ਸਕਦੇ। ਇਹੀ ਸੀ ਇੱਜ਼ਤ ਦੇ ਨਾਲ, ਜ਼ਮੀਰ ਦੇ ਨਾਲ ਜਿਉਣ ਦੀ ਗੱਲ ਵੀ ਤੂੰ ਦੱਬਣਾ ਚਾਹੁੰਦਾ ਹੈ, ਤੂੰ ਦੱਬ ਕਿਸੇ ਪਾਸਿਓਂ ਨਹੀਂ ਸਕਦਾ। ਹਾਂ ਗਲਤ ਹੋਈਏ ਫਿਰ ਤੂੰ ਕਹਿ ਸਕਦਾ ਹੈ ਭਾਈ ਗਲਤ ਹੋ, ਪਰ ਜੇ ਤੂੰ ਗੁਲਾਮ ਬਣਾਉਣਾ ਚਾਹੇ ਤੇ ਗੁਲਾਮੀ ਤੇਰੀ ਸਵੀਕਾਰ ਨਹੀਂ ਕਰਨੀ, ਉਹਦੇ ਵਾਸਤੇ ਮੁੱਲ ਕੋਈ ਤਾਰਨਾ ਪੈ ਜਾਵੇ, ਇਸ ਗੱਲ ਦਾ ਕੋਈ ਰੌਲਾ ਨਹੀਂ। ਮੁੱਲ ਤਾਰਿਆ ਜਾ ਸਕਦਾ ਏ, ਪਰ ਜੇ ਤੂੰ ਕਵੇਂ ਵੀ ਗੁਲਾਮੀ ਸਵੀਕਾਰ ਕਰ ਲਵੋ ਤੇ ਗੁਲਾਮੀ ਨਹੀਂ ਸਵੀਕਾਰ ਕਰਾਂਗੇ। ਸਭ ਨੂੰ ਬਾਰ-ਬਾਰ ਇਹ ਸੁਨੇਹੇ ਮਿਲਦੇ ਨੇ ਵੀ ਤੁਸੀਂ ਇਹ ਕੰਮ ਛੱਡ ਦੇਵੋ, ਨਗਾੜਾ ਵਜਾਉਣਾ ਛੱਡ ਦੇਵੋ। ਜਿਹੜੀ ਅੱਜ ਤੱਕ ਸਾਡੇ ਸੁਰਤ ਦੇ ਅੰਦਰ ਇਹ ਗੱਲ ਪੱਕੀ ਵਸੀ ਹੈ ਨਾ, ਕਿਤੇ ਨਾ ਕਿਤੇ ਇਹ ਬਾਰ-ਬਾਰ ਗੱਲ ਕਹੀ ਜਾਂਦੀ ਸੀ ਵੀ ਪੰਜਾਬ ਦੀ ਜਵਾਨੀ ਖਤਮ ਹੋ ਗਈ ਹੈ। ਇਹ ਗੁਰੂ ਦੀ ਰਹਿਮਤ ਹੈ, ਇੰਨੀ ਛੇਤੀ ਨਹੀਂ, ਇੱਦਾਂ ਨਹੀਂ ਖਤਮ ਹੋ ਸਕਦੀ ਜਿਵੇਂ ਅੱਜ ਤੱਕ ਕਿਹਾ ਜਾਂਦਾ ਰਿਹਾ ਹੈ। ਇਹ ਤੇ ਜਦੋਂ ਲੋੜ ਪਏਗੀ ਨਾ ਉਸੇ ਵੇਲੇ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਕਿਰਪਾਲੂ ਦਾਤਾ ਜੀ ਨੇ ਇਹ ਬਚਨ ਕਦੇ ਬਾਬਾ ਜੁਝਾਰ ਸਿੰਘ ਨੂੰ ਕਹੇ ਸਨ ਵੀ ਜੁਝਾਰ ਸਿੰਘ ਤੂੰ ਬਿਨਾਂ ਬੁਲਾਇਆ ਆਇਆ ਹੈ। ਪਿਆਰਾ ਸਿੰਘ ਪਦਮ ਜੀ ਨੇ ਬੋਲ ਲਿਖੇ ਸਨ। ਉਹ ਕਹਿੰਦੇ ਜਦੋਂ ਸਾਹਿਬ ਦੇ ਕੋਲ ਬਾਬਾ ਜੁਝਾਰ ਸਿੰਘ ਆਏ ਤੇ ਸਾਹਿਬ ਨੇ ਗੱਲ ਕਹੀ ਵੀ ਆਇਆ ਹੈ, ਬੜੀ ਚੰਗੀ ਗੱਲ ਹੈ, ਬਿਨਾਂ ਬੁਲਾਇਆ ਆਇਆ ਹੈ, ਲੋੜ ਪਏਗੀ ਤੇ ਤੇਰੀ ਉਮਰ ਦੇ ਵੀ ਬਿਨਾਂ ਬੁਲਾਇਆ ਹੀ ਆਇਆ ਕਰਨਗੇ ਜਿੱਦਣ ਕੌਮ ਨੂੰ ਲੋੜ ਪੈ ਗਈ। ਔਰ ਅੱਜ ਇਹ ਪ੍ਰਤੱਖ ਹੈ, ਉਸੇ ਉਮਰ ਦੇ ਅੱਜ ਵੀ ਤਿਆਰ ਨੇ। ਇਹ ਗੱਲ ਦਾ ਭੁਲੇਖਾ ਕਦੇ ਨਾ ਅਸੀਂ ਦਿਮਾਗ ਦੇ ਅੰਦਰ ਲਿਆਈਏ, ਕਿਉਂਕਿ ਜਿਨ੍ਹਾਂ ਨੇ ਜ਼ੋਰ ਲਾਉਣਾ ਸੀ ਉਹਨਾਂ ਨੇ ਸਰੀਰ ਕਰਕੇ ਵੀ ਖਤਮ ਕਰਕੇ ਦੇਖ ਲਿਆ, ਸੁਰਤ ਕਰਕੇ ਵੀ ਖਤਮ ਕਰਕੇ ਦੇਖ ਲਿਆ। ਇਹ ਗੁਰੂ ਦੀ ਬਖਸ਼ਿਸ਼ ਇੰਨੀ ਹੈ, ਭਰੋਸਾ ਲੈ ਕੇ ਆਈਏ। ਜਿਹੜੀ ਗੱਲ ਸਾਹਿਬ ਕਹਿੰਦੇ ਨੇ ਨਾ ਵੀ ਭਰੋਸੇ ਦੇ ਨਾਲ ਆ, ਜਿਸ ਦਿਨ ਭਰੋਸੇ ਦੇ ਨਾਲ ਗੁਰੂ ਦੇ ਕੋਲ ਆ ਕੇ ਨਤਮਸਤਕ ਹੋ ਗਏ, ਉਸੇ ਦਿਨ ਸਾਰੀਆਂ ਦਾਤਾਂ ਮਿਲ ਜਾਣ। ਸਾਰਾ ਕੁਝ ਹੈ ਗੁਰੂ ਦੇ ਕੋਲ, ਪੜ੍ਹਦੇ ਰੋਜ਼ ਆ।
ਕਦੇ ਮੰਨ ਕੇ ਦੇਖੀਏ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ। ਜਿਹਨੂੰ ਦੇਵੇਂਗਾ ਤੇ ਮਿਲੇਗਾ ਕਿਹਨੂੰ? ਕਿਹਨੂੰ ਮਿਲੇਗਾ? ਉਹਨੂੰ ਮਿਲੇਗਾ ਜਿਹੜਾ ਸੱਚਮੁੱਚ ਗੁਰੂ ਦੇ ਕੋਲ ਲੈਣ ਵਾਸਤੇ ਆਇਆ ਹੈ ਕੁਝ। ਜਿਸ ਵਕਤ ਸਤਿਗੁਰੂ ਦੇ ਕੋਲ ਮੁਰਾਦ ਸ਼ਾਹ ਆਉਂਦਾ ਹੈ, ਪੀਰ ਮੁਰਾਦ ਸ਼ਾਹ ਸਾਹਿਬ ਦੇ ਕੋਲ ਆ ਕਰਕੇ ਉਹ ਭੇਟ ਕਰਦਾ ਹੈ ਫੁੱਲ ਇੱਕ। ਪਹਿਲੋਂ ਆਉਂਦਾ ਹੈ, ਸੋਚਦਾ ਹੈ ਵੀ ਸਾਹਿਬ ਦੇ ਕੋਲ ਜਾਣਾ ਹੈ, ਫਕੀਰ ਆ, ਮੇਰੇ ਕੋਲ ਕੀ ਹੈ? ਸੰਗਤ ਆਉਂਦੀ ਹੈ, ਇੰਨਾ ਕੁਝ ਭੇਟਾ ਕਰਦੀ ਹੈ ਸਾਹਿਬ ਨੂੰ, ਮੈਂ ਕੀ ਰੱਖਾਂਗਾ ਗੁਰੂ ਦੇ ਕੋਲ, ਮੈਂ ਤੇ ਖਾਲੀ ਹੱਥ ਹੀ ਆ ਗਿਆ। ਬਾਗ ਦੇ ਵਿੱਚ ਗਿਆ, ਫੁੱਲ ਤੋੜਿਆ, ਦੇਖਿਆ, ਉਹਨੂੰ ਪਸੰਦ ਨਹੀਂ ਆਇਆ, ਕਹਿੰਦਾ ਨਹੀਂ ਸਾਹਿਬ ਵਾਸਤੇ ਇਹ ਨਹੀਂ ਖਾਣਾ। ਦੂਜਾ ਤੋੜਿਆ, ਉਹ ਵੀ ਉੱਥੇ ਸੁੱਟ ਦਿੱਤਾ। ਤੀਜਾ ਤੋੜਿਆ, ਉੱਥੇ ਸੁੱਟ ਦਿੱਤਾ। ਕਈ ਫੁੱਲ ਤੋੜ ਕੇ ਉੱਥੇ ਸੁੱਟੇ ਆ। ਇੱਕ ਫੁੱਲ ਤੋੜਿਆ, ਉਹ ਪਸੰਦ ਆਇਆ, ਇਹ ਸਤਿਗੁਰੂ ਦੇ ਵਾਸਤੇ ਲੈ ਕੇ ਜਾਣਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਗਿਆ, ਉੱਥੇ ਜਾ ਕਰਕੇ ਸਾਹਿਬ ਦੇ ਕੋਲੋਂ ਫੁੱਲ ਭੇਟ ਕੀਤਾ, ਨਮਸਕਾਰ ਕੀਤੀ। ਮਾਲਕ ਕਹਿੰਦੇ ਇਹ ਫੁੱਲ ਤੋੜ ਲਿਆਇਆ ਹੈ, ਇਹ ਨਹੀਂ ਸੀ ਚਾਹੀਦਾ। ਉਹ ਕਹਿੰਦਾ ਸਾਹਿਬ ਜੀ ਮੇਰੇ ਮਨ ਦੀ ਇਹ ਭਾਵਨਾ ਸੀ ਵੀ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਹਸਤੇ ਕਮਲ ਦਰ ਖਾਲੀ ਰੁਸਵਾ ਅਸਤ, ਵੀ ਹੱਥ ਖਾਲੀ ਹੋਣ, ਸਾਹਿਬ ਦੇ ਕੋਲ ਜਾਵਾਂ ਤੇ ਮਨ ਦੇ ਅੰਦਰ ਸ਼ਰਮਿੰਦਗੀ ਆਉਂਦੀ ਹੈ, ਚੰਗਾ ਨਹੀਂ ਸੀ ਲੱਗਦਾ ਵੀ ਖਾਲੀ ਹੱਥ ਜਾਵਾਂ। ਸਾਹਿਬ ਕਹਿੰਦੇ ਇੱਥੇ ਫੁੱਲਾਂ ਦੀ ਲੋੜ ਨਹੀਂ, ਇੱਥੇ ਤੇਰੇ ਬਾਹਰ ਦੀਆਂ ਵਸਤਾਂ ਦੀ ਲੋੜ ਨਹੀਂ। ਜੇ ਸੱਚਮੁੱਚ ਹੀ ਗੁਰੂ ਦੇ ਕੋਲ ਆਇਆ ਹੈ, ਇੱਥੇ ਤੇ ਇੱਕੋ ਹੀ ਚੀਜ਼ ਦੀ ਲੋੜ ਹੈ। ਜਦੋਂ ਅਸੀਂ ਅਰਦਾਸ ਕਰਦੇ ਹਾਂ, ਗੁਰੂ ਦੇ ਕੋਲੋਂ ਕੋਈ ਦਾਤ ਲੈਣੀ ਹੋਵੇ, ਤੇ ਕਈ ਵਾਰ ਸਾਡੇ ਖਿਆਲ ਦੇ ਅੰਦਰ ਇੱਕ ਗੱਲ ਆਉਂਦੀ ਹੈ ਵੀ ਇੰਨੀਆਂ ਅਰਦਾਸਾਂ ਕੀਤੀਆਂ, ਸਾਡੀ ਅਰਦਾਸ ਨਹੀਂ ਪੂਰੀ ਹੋਈ। ਕਦੇ ਸਤਿਗੁਰੂ ਨੂੰ ਪੁੱਛ ਕੇ ਦੇਖੀਏ, ਮਾਲਕ ਜੀ ਅਰਦਾਸ ਕਰਨੀ ਹੈ, ਕਿਵੇਂ ਕਰੀਏ, ਕਿਸ ਤਰੀਕੇ ਦੇ ਨਾਲ ਅਰਦਾਸ ਕਰੀਏ? ਤੇ ਸਾਹਿਬ ਦੱਸਦੇ ਨੇ, ਸਮਝਾਉਂਦੇ ਨੇ, ਬਚਨ ਸਾਨੂੰ ਸਾਰਿਆਂ ਨੂੰ ਯਾਦ ਹੈ। ਮਾਲਕ ਕਹਿੰਦੇ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਪਰ ਕਿਵੇਂ ਕਰਨੀ ਹੈ? ਕਰਨੀ ਤੇ ਗੁਰੂ ਦੇ ਕੋਲ ਹੈ, ਪਰ ਕਿਹੜੇ ਢੰਗ ਦੇ ਨਾਲ ਕਰਨੀ ਹੈ? ਸਾਹਿਬ ਕਹਿੰਦੇ ਉਹਦੇ ਬਦਲੇ ਦੇ ਵਿੱਚ ਕੁਝ ਨਾ ਕੁਝ ਤੇ ਦੇਣਾ ਪਏਗਾ, ਭੇਟਾ ਤੇ ਰੱਖਣੀ ਪਏਗੀ। ਸ਼ਰਤ ਹੈ, ਅਰਦਾਸ ਕਰਨ ਆਇਆ ਹੈ, ਕੁਝ ਮੰਗਣ ਆਇਆ ਹੈ, ਗੁਰੂ ਦੀਆਂ ਸ਼ਰਤਾਂ ਨੇ ਕੁਝ, ਔਰ ਹਰੇਕ ਗੱਲ ਦੇ ਉੱਤੇ ਗੁਰੂ ਦੀ ਸ਼ਰਤ ਹੈਗੀ ਹੈ। ਸ਼ਰਤ ਨੂੰ ਪੂਰੀਆਂ ਕਰਾਂਗੇ ਫਿਰ ਦਾਤ ਮਿਲ ਜਾਂਦੀ ਹੈ। ਸਾਹਿਬ ਕਹਿੰਦੇ ਸ਼ਰਤ ਕੀ ਹੈ? ਛਾੜ ਸਿਆਣਪ ਸਗਲ ਮਨ ਤਨ ਅਰਪ ਤਰ। ਆ ਛੱਡ ਕੇ ਆ। ਜਦੋਂ ਗੁਰੂ ਦੇ ਕੋਲ ਆਇਆ, ਕੋਈ ਨਾ ਕੁਝ ਭੇਟ ਵੀ ਤੇ ਕਰ, ਕੁਝ ਮੰਗਣ ਵਾਸਤੇ ਆਇਆ ਹੈ, ਕਹਿਣਾ ਹੈ ਨਾ ਗੁਰੂ ਦੇ ਨਾਲ ਮਿਲਣਾ ਹੈ, ਗੁਰੂ ਦੇ ਕੋਲੋਂ ਆ ਦਾਤ ਪ੍ਰਾਪਤ ਕਰਨੀ ਹੈ। ਸਾਹਿਬ ਕਹਿੰਦੇ ਛੱਡ ਕੇ ਕੀ ਚੱਲਿਆ ਹੈ? ਬਾਹਰ ਦੀਆਂ ਨਹੀਂ। ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ। ਮਨ ਦੇਣਾ ਪਏਗਾ। ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਇੱਥੇ ਤੇ ਦੇ ਕੇ ਜਾਣਾ ਪਏਗਾ। ਤੇ ਦੇਣ ਵਾਸਤੇ ਤੇਰੀਆਂ ਮਹਿੰਗੀਆਂ ਵਸਤਾਂ ਦੀ ਬਹੁਤੀ ਲੋੜ ਨਹੀਂ ਹੈ। ਹਾਂ ਤੂੰ ਆਪਣਾ ਦਸਵੰਧ ਕੱਢ, ਜ਼ਰੂਰੀ ਹੈ ਤੇਰਾ ਦਸਵੰਧ ਕੱਢਣਾ, ਪਰ ਇਹ ਨਹੀਂ ਵੀ ਤੈਨੂੰ ਇਦਾਂ ਲੱਗੇ ਵੀ ਮੈਂ ਸਿਰਫ ਦਸਵੰਧ ਕੱਢ ਦਿੱਤਾ ਏ ਤੇ ਉਹ ਪ੍ਰਵਾਨ ਹੋ ਜਾਏਗਾ। ਸਾਹਿਬ ਕਹਿੰਦੇ ਇਹ ਭੁਲੇਖਾ ਨਾ ਕਿਸੇ ਨੂੰ ਇਹ ਭੁਲੇਖਾ ਹੋਵੇ ਵੀ ਜੀ ਮੈਂ ਲੁੱਟ ਕੇ ਲਿਆਇਆ ਸਮਾਨ ਕਿਸੇ ਦੇ ਘਰੋਂ, ਕਿਸੇ ਜਗ੍ਹਾ ਦੇ ਉੱਤੋਂ ਮੈਂ ਲੁੱਟਿਆ ਹੋਇਆ ਸਮਾਨ ਉਹਦਾ ਲੰਗਰ ਲਵਾ ਦੇਵਾਂ ਤੇ ਉਹ ਮੇਰਾ ਪ੍ਰਵਾਨ ਹੋ ਜਾਏਗਾ, ਸਿਰਫ ਇਸ ਕਰਕੇ ਵੀ ਜਿਹੜੇ ਵਿੱਚ ਮਸਾਲੇ ਪਾਏ ਨੇ ਉਹ ਮੈਂ ਆਪ ਆਪਣੇ ਧਨ ਦੇ ਨਾਲ ਖਰੀਦ ਕੇ ਲਿਆਇਆ। ਸਾਹਿਬ ਕਹਿੰਦੇ ਇਹ ਭੁਲੇਖਾ ਛੱਡ ਦੇ। ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਗੁਰੂ ਦੇ ਕੋਲ ਆਇਆ ਹੈ ਤੇ ਸਿਰਫ ਤੇਰੀਆਂ ਬਾਹਰੀਆਂ ਚੀਜ਼ਾਂ ਦੇ ਨਾਲ ਨਹੀਂ ਕੰਮ ਚੱਲਣਾ, ਗੁਰੂ ਦੇ ਨਾਲ ਮਿਲਣਾ ਹੈ। ਫਿਰ ਇੱਕ ਸ਼ਰਤ ਹੈ, ਆਪਣਾ ਆਪ ਛੱਡ ਕੇ ਜਾ। ਸਾਹਿਬ ਕਿਰਪਾਲੂ ਉਸ ਮਾਲਕ ਦੇ ਅੱਗੇ ਅਰਜ਼ੋਈ ਕਰਦੇ ਆ, ਇੱਕ ਸ਼ਬਦ ਵਰਦੇ ਨੇ, ਸੁਣ ਸੱਜਣ ਪ੍ਰੀਤਮ ਮੇਰੇ ਆ ਮੈਂ ਸਤਿਗੁਰ ਦੇਹੁ ਦਿਖਾਲ। ਸਭ ਕਹਿੰਦੇ ਠੀਕ ਹੈ, ਜੇ ਗੁਰੂ ਦੇ ਕੋਲ ਆ ਕੇ ਅਰਜ਼ੋਈ ਕਰਨੀ ਹੈ ਨਾ, ਸੁਣ ਸੱਜਣ ਪ੍ਰੀਤਮ ਮੇਰੇ ਆ
ਮੈਂ ਸਤਿਗੁਰ ਦੇਹੋ ਦਿਖਾਲ। ਸਭ ਕਹਿੰਦੇ ਬਦਲੇ ਦੇ ਵਿੱਚ ਗੁਰੂ ਦੇ ਨਾਲ ਤੇ ਮਿਲਣਾ ਏ, ਬਦਲੇ ਦੇ ਵਿੱਚ ਕੀ ਹੈ? ਸਭ ਕਹਿੰਦੇ ਇੱਕ ਚੀਜ਼ ਹੈ ਸਾਰਿਆਂ ਤੋਂ ਕੀਮਤੀ ਹੈ, ਤਿਸ ਦੇਵਾਂ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ। ਮਨ ਤੇ ਦੇਣਾ ਪਏਗਾ। ਜਦੋਂ ਤੱਕ ਇਹ ਗੱਲ ਕਹਿੰਦੇ ਆ ਨਾ, ਅੱਜ ਜੀ ਮਨ ਨਹੀਂ ਕੀਤਾ ਬਾਣੀ ਪੜ੍ਹਨ ਦਾ, ਅੱਜ ਜੀ ਮਨ ਨਹੀਂ ਕਰਦਾ ਗੁਰੂ ਘਰ ਜਾਣ ਦਾ, ਅੱਜ ਜੀ ਮਨ ਨਹੀਂ ਕਰਦਾ ਬੈਠਣ ਦਾ, ਅੱਜ ਜੀ ਮਨ ਨਹੀਂ ਕਰਦਾ ਬਾਣੀ ਸੁਣਨ ਦਾ, ਸਭ ਕਹਿੰਦੇ ਉਦੋਂ ਤੱਕ ਕੰਮ ਨਹੀਂ ਚੱਲਣਾ। ਇਹ ਮਨ ਤੇ ਦੌੜੇਗਾ, ਇਹਦੀ ਦੌੜ ਬਹੁਤ ਵੱਡੀ ਹੈ, ਇੰਨੀ ਛੇਤੀ ਮੰਨਦਾ ਨਹੀਂ ਹੈ, ਤਾਕਤਵਰ ਬਹੁਤ ਹੈ। ਪਰ ਸਭ ਕਹਿੰਦੇ ਜੇ ਗੁਰੂ ਦੇ ਕੋਲ ਆ ਜਾਵੇ ਨਾ, ਗੁਰੂ ਦੇ ਅੱਗੇ ਆ ਕੇ ਅਰਜ਼ੋਈ ਕਰੇ ਵੀ ਸਾਹਿਬ ਜੀਓ ਤੁਸੀਂ ਕਿਰਪਾ ਕਰੋ, ਫਿਰ ਇਹ ਮਨ ਟਿਕ ਵੀ ਜਾਂਦਾ। ਪਰ ਕਿਤੇ ਇਹ ਵੀ ਭੁਲੇਖਾ ਨਾ ਖਾ ਦਿਓ, ਮੈਂ ਬੇਨਤੀ ਕਰ ਦੇਵਾਂ, ਕਿਤੇ ਇਹ ਵੀ ਭੁਲੇਖਾ ਨਾ ਖਾ ਲਿਓ ਜਿਹੜੀ ਅਸੀਂ ਕਈ ਵਾਰ ਗੱਲ ਕਹਿੰਦੇ ਆ ਨਾ, ਗੁਰੂ ਕਿਰਪਾ ਕਰੇਗਾ ਤੇ ਬਾਣੀ ਪੜ੍ਹਨੀ ਸ਼ੁਰੂ ਕਰ ਦੇਵਾਂਗੇ। ਕਈ ਵਾਰ ਕਹਿੰਦੇ ਨਾ ਅਸੀਂ, ਗੁਰੂ ਕਿਰਪਾ ਕਰੇ ਤੇ ਖੰਡੇ ਬਾਟੇ ਦੀ ਪਾਹੁਲ ਲੈ ਲਵਾਂਗੇ। ਜਿੱਦਣ ਗੁਰੂ ਕਿਰਪਾ ਕਰੇਗਾ ਫਿਰ ਆਹ ਕੰਮ ਕਰ ਦੇਵਾਂਗੇ, ਗੁਰੂ ਦੀ ਸੇਵਾ ਕਰਨੀ ਸ਼ੁਰੂ ਕਰ ਦੇਵਾਂਗੇ। ਗੁਰੂ ਕਿਰਪਾ ਕਰੇਗਾ ਸਹਿਜ ਪਾਠ ਆਰੰਭ ਕਰ ਦੇਵਾਂਗੇ। ਸਭ ਕਹਿੰਦੇ ਗੁਰੂ ਤੇ ਕਿਰਪਾ ਕਰ ਰਿਹਾ। ਇਸ ਤੋਂ ਜ਼ਿਆਦਾ ਕਿਰਪਾ ਕੀ ਹੋਵੇਗੀ ਵੀ ਗੁਰੂ ਆਪ ਆਵਾਜ਼ ਮਾਰਦਾ ਹੋਵੇ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਇਸ ਤੋਂ ਜ਼ਿਆਦਾ ਕਿਰਪਾ ਕੀ ਹੋਏਗੀ? ਤੇਰਾ ਤੇ ਭਲਿਆ ਗੁਰੂ ਆਵਾਜ਼ਾਂ ਮਾਰਦਾ, ਆਵੋ ਸੰਤ ਪਿਆਰੇ ਹੋ, ਅਕਥ ਕੀ ਕਰੈ ਕਹਾਣੀ। ਇਸ ਤੋਂ ਜ਼ਿਆਦਾ ਕਿਰਪਾ ਹੋਰ ਕੀ ਹੋਏਗੀ ਵੀ ਗੁਰੂ ਤੈਨੂੰ ਸਿਖਾਉਣ ਵਾਸਤੇ ਆਵਾਜ਼ਾਂ ਮਾਰਦਾ ਹੋਵੇ ਵੀ ਭਲਿਆ ਆ ਬਾਣੀ ਪੜ੍ਹ। ਤੇ ਜੇ ਅਜੇ ਵੀ ਸਮਝ ਨਾ ਆਵੇ, ਫਿਰ ਜਦੋਂ ਸੋਹਿਲਾ ਸਾਹਿਬ ਪੜ੍ਹਦੇ ਆ ਰੋਜ਼ਾਨਾ, ਤੇ ਗੁਰੂ ਦੀ ਕਿਰਪਾ ਦੇਖਣੀ ਹੋਵੇ ਵੀ ਕਿੰਨੀ ਕਿਰਪਾ ਕਰਦਾ ਹੈ ਗੁਰੂ, ਤੇ ਗੁਰੂ ਤੇ ਇਥੋਂ ਤੱਕ ਕਿਰਪਾ ਕਰਦਾ ਹੈ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਗੁਰੂ ਤੇ ਬੇਨਤੀ ਕਰਕੇ ਵੀ ਕਹਿ ਰਿਹਾ, ਅਜੇ ਵੀ ਕਹਿ ਦਈਏ ਵੀ ਗੁਰੂ ਕਿਰਪਾ ਕਰੇਗਾ। ਫਿਰ ਕਿੱਦਾਂ ਗੁਰੂ ਕਿਰਪਾ ਕਰੇ? ਹੁਣ ਗੁਰੂ ਇੱਦਾਂ ਆ ਕੇ ਕਵੇ ਵੀ ਸਾਡੀ ਬਾਂਹ ਫੜ ਕੇ ਕਵੇ ਵੀ ਭਾਈ ਆ ਖੰਡੇ ਬਾਟੇ ਦੀ ਪਾਹੁਲ ਲੈ। ਹੁਣ ਅਸੀਂ ਇੱਦਾਂ ਦੀ ਕਿਰਪਾ ਚਾਹੁੰਦੇ ਹਾਂ, ਗੁਰੂ ਇੱਦਾਂ ਦੀ ਕਿਰਪਾ ਵੀ ਕਰ ਦੇਵੇਗਾ। ਕਦੇ ਭਾਈ ਗੁਰਦਾਸ ਜੀ ਦੇ ਬਚਨ ਪੜ੍ਹ ਕੇ ਦੇਖੀਏ, ਉਹ ਕਹਿੰਦੇ ਨਾ, ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ। ਕਿੱਦਣ ਲੈ ਕੇ ਜਾਣਗੇ ਸਾਨੂੰ? ਅਸੀਂ ਇੰਨੇ ਸਾਲ ਹੋ ਗਏ ਨੇ, ਇੰਨੇ ਸਮੇਂ ਤੋਂ ਆ ਰਹੇ ਹਾਂ, ਕਿੱਦਣ ਲੈ ਕੇ ਜਾਣਗੇ ਸਤਿਗੁਰੂ? ਕਿੱਦਣ ਸਾਡੀ ਬਾਂਹ ਇੱਦਾਂ ਫੜਨਗੇ? ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਕੋਲੋਂ ਪੁੱਛੀਏ ਵੀ ਸਤਿਗੁਰੂ ਜੀ ਤੁਸੀਂ ਦੱਸੋ ਵੀ ਜੇ ਇਹ ਗੱਲ ਠੀਕ ਹੈ ਨਾ ਵੀ ਗੁਰੂ ਅੱਗਿਓਂ ਬਾਂਹ ਫੜਦਾ ਏ, ਅੱਗਿਓਂ ਲੈਣ ਆਉਂਦਾ ਏ, ਤੁਸੀਂ ਦੱਸੋ ਵੀ ਕਿੱਦਾਂ ਲੈਣ ਆਉਂਦਾ ਏ? ਸਭ ਕਹਿੰਦੇ ਭਲਿਆ ਜਾਣਾ ਤੇ ਤੂੰ ਚਾਹੁੰਦਾ ਏ, ਪਰ ਕਿੱਦਾਂ? ਰੋਹਲਾ ਟੁੰਡਾ ਅੰਧਲਾ ਕਿਉਂ ਗੱਲ ਲੱਗਾ ਤਾਏ? ਸਭ ਕਹਿੰਦੇ ਜਿਹਦੇ ਹੱਥ ਹੀ ਨਹੀਂ ਹੈਗੇ, ਪੈਰ ਹੀ ਨਹੀਂ ਹੈਗੇ, ਅੱਖਾਂ ਹੀ ਨਹੀਂ ਹੈਗੀਆਂ, ਉਹ ਗੁਰੂ ਨੂੰ ਕਿਵੇਂ ਮਿਲ ਸਕਦਾ ਏ? ਹੁਣ ਅਸੀਂ ਕਹੀਏ ਵੀ ਸਤਿਗੁਰੂ ਜੀ ਸਾਡੇ ਤੇ ਦੇਖੋ ਹੱਥ ਵੀ ਹੈਗੇ ਨੇ, ਸਾਡੇ ਪੈਰ ਵੀ ਹੈਗੇ ਨੇ, ਸਾਡੀਆਂ ਅੱਖਾਂ ਵੀ ਹੈਗੀਆਂ ਨੇ, ਤੇ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ ਵੀ ਭਲਿਆ ਤੇਰੇ ਕੋਲ ਕੁਝ ਵੀ ਨਹੀਂ ਹੈ? ਮਤਲਬ ਕਹਿੰਦੇ ਇਹਨਾਂ ਦੀ ਗੱਲ ਨਹੀਂ। ਅੱਗੇ ਸਾਹਿਬ ਨੇ ਜਵਾਬ ਦੇ ਦਿੱਤਾ, ਕਹਿੰਦੇ ਜੇ ਤੁਰਨ ਦੀ ਗੱਲ ਆਵੇ ਨਾ, ਗੁਰੂ ਦੇ ਕੋਲ ਤੁਰਨਾ ਹੈ, ਗੁਰੂ ਦੇ ਨਾਲ ਮਿਲਣਾ ਹੈ, ਫਿਰ ਤੁਰਨ ਲੱਗਿਆ ਖਿਆਲ ਕਰੀ ਭੈ ਕੇ ਚਰਨ ਰੱਬੀ ਡਰਦੇ ਪੈਰ ਬਣਾ ਕੇ ਤੁਰੀ। ਤੁਰਨ ਲੱਗਿਆ ਤੈਨੂੰ ਖਿਆਲ ਰਵੇ ਵੀ ਤੁਰ ਕਿਹੜੇ ਪਾਸੇ ਨੂੰ ਰਿਹਾ ਹੈ, ਤੈਨੂੰ ਚੇਤਾ ਰਵੇ ਵੀ ਗੁਰੂ ਨੇ ਹੁਕਮ ਕੀ ਕੀਤਾ ਹੈ, ਜਿੱਧਰ ਨੂੰ ਜਾ ਰਿਹਾ ਉਹ ਠੀਕ ਰਸਤਾ ਹੈ, ਜਿਸ ਪਾਸੇ ਨੂੰ ਤੁਰਿਆ ਉਹ ਰਸਤਾ ਠੀਕ ਹੈ, ਗੁਰੂ ਨੂੰ ਪ੍ਰਵਾਨ ਹੈ। ਭੈ ਕੇ ਚਰਨ ਕਰ ਭਾਵ ਕੇ, ਹੱਥ ਭਾਵਨਾ ਦੇ ਬਣਾ। ਅੰਦਰ ਭਾਵਨਾ ਹੈ, ਮਨ ਦੇ ਅੰਦਰ ਟਿਕਾ ਹੈ, ਗੁਰੂ ਦੇ ਉੱਤੇ ਸ਼ਰਧਾ ਹੈ। ਤੇ ਮੈਂ ਬੇਨਤੀ ਕਰਦਾ ਹੁੰਦਾ, ਕਈ ਵਾਰ ਇਹ ਗੱਲ ਕਹੀ ਜਾਂਦੀ ਹੈ ਵੀ ਸ਼ਰਧਾ ਅੰਨੀ ਨਹੀਂ ਹੋਣੀ ਚਾਹੀਦੀ, ਪਰ ਮੈਂ ਕਹਿੰਦਾ ਹੁੰਦਾ ਸ਼ਰਧਾ ਅੰਨੀ ਹੋਣੀ ਚਾਹੀਦੀ ਹੈ। ਅੰਨੀ ਸ਼ਰਧਾ ਤੋਂ ਬਿਨਾਂ ਕੰਮ ਨਹੀਂ ਚੱਲਣਾ। ਪਰ ਇੰਨਾ ਜ਼ਰੂਰ ਖਿਆਲ ਰੱਖਿਆ ਜੇ ਜਿਹਦੇ ਉੱਤੇ ਸ਼ਰਧਾ ਹੈ ਨਾ, ਉਹ ਅੰਨਾ ਨਾ ਹੋਵੇ। ਉਹ ਅੰਨਾ ਨਹੀਂ ਹੋਣਾ ਚਾਹੀਦਾ ਜਿਹਦੇ ਉੱਤੇ ਸ਼ਰਧਾ ਹੈ। ਗਿਆਨ ਪੱਖੋਂ, ਸੁਰਤ ਪੱਖੋਂ, ਸਿਧਾਂਤ ਪੱਖੋਂ ਉਹ ਅੰਨਾ ਨਾ ਹੋਵੇ। ਤੇ ਜਦੋਂ ਗੁਰੂ ਦੀ ਗੱਲ ਕਰਦੇ ਆ ਤੇ ਸਾਹਿਬ ਨੇ ਤੇ ਕਿੰਨਿਆਂ ਨੂੰ ਮਲ ਕਹਿੰਦੇ ਜੇ ਗੁਰੂ ਦੇ ਨਾਲ ਇੱਕ ਵਾਰ ਜੁੜ ਜਾਵੇਂ ਤੇ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼।
ਹਰ ਕਿਰਪਾ ਤੇ ਸੰਤ ਭੇਟਿਆ। ਇਹ ਤੇ ਤੇਰੇ ਮਨ ਦੇ ਅੰਦਰ ਵੀ ਚਾਨਣ ਹੀ ਚਾਨਣ ਭਰ ਦੇਵੇਗਾ। ਕਦੇ ਗੁਰੂ ਦੇ ਨਾਲ ਜੁੜ ਕੇ ਤਾਂ ਦੇਖ, ਇਹ ਅੰਨਾ ਨਹੀਂ ਆ। ਸਭ ਕਹਿੰਦੇ ਜੇ ਤੂੰ ਅੰਨਾ ਹੈ ਨਾ ਤੇ ਗੁਰੂ ਦੇ ਨਾਲ ਇੱਕ ਵਾਰ ਸਾਂਝ ਬਣਾ। ਇੱਥੇ ਸ਼ਰਧਾ ਅੰਨੀ ਲੈ ਕੇ ਆਵੀਂ, ਔਰ ਅੰਨੀ ਸ਼ਰਧਾ ਏਡਾ ਸੌਖਾ ਹੈ ਵੀ ਜੇ ਗੁਰੂ ਕਹਿ ਦੇਵੇ ਵੀ ਭਾਈ ਬਚਿੱਤਰ ਸਿੰਘ ਮਸਤ ਹਾਥੀ ਦੇ ਨਾਲ ਮੁਕਾਬਲਾ ਕਰਨਾ ਹੈ। ਹੁਣ ਜਿਹਦੀ ਸ਼ਰਧਾ ਅੰਨੀ ਨਹੀਂ ਸੀ ਨਾ, ਉਹਨੇ ਇਹ ਗੱਲ ਕਹੀ ਵੀ ਸਾਹਿਬ ਤੇ ਮਰਵਾ ਦੇਣਗੇ। ਉਹ ਤੇ ਦੌੜ ਗਿਆ ਰੱਸਾ ਪਾ ਕੇ, ਬਾਹਰੋਂ ਬਾਹਰ ਦੌੜ ਗਿਆ ਨਾ। ਜਦੋਂ ਸਾਹਿਬ ਨੇ ਇਹ ਗੱਲ ਕਹੀ ਵੀ ਸਾਡਾ ਹਾਥੀ ਹਾਥੀ ਦੇ ਨਾਲ ਲੜੇਗਾ, ਉੱਥੇ ਉਹ ਸਿਆਣਪ ਦਿਖਾ ਰਿਹਾ ਸੀ। ਗੁਰੂ ਦੇ ਕੋਲ ਸਿਆਣਪ ਨਹੀਂ ਚਾਹੀਦੀ, ਸਵਾਲ ਜਵਾਬ ਨਹੀਂ ਚਾਹੀਦਾ, ਸ਼ਰਧਾ ਅੰਨੀ ਚਾਹੀਦੀ। ਉਹਦੀ ਸ਼ਰਧਾ ਜਿਹੜੀ ਨਾ ਅੰਨੀ ਨਹੀਂ ਸੀ, ਸਿਆਣਾ ਸੀ ਉਹ। ਉਹਨੂੰ ਲੱਗਾ ਵੀ ਮੈਂ ਸਿਆਣਾ ਹੈਗਾ ਤੇ ਦੌੜ ਗਿਆ। ਜਦੋਂ ਅੰਨੀ ਸ਼ਰਧਾ ਦੀ ਗੱਲ ਆਈ, ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਕਿਹਾ। ਭਾਈ ਬਚਿੱਤਰ ਸਿੰਘ ਨੇ ਇੱਕੋ ਹੀ ਗੱਲ ਕਹੀ ਵੀ ਸਾਹਿਬ ਜੀ ਤੁਸੀਂ ਕਰਾਉਣਾ ਹੈ ਜਿਵੇਂ ਮਰਜ਼ੀ ਕਰਾ ਲਓ, ਜਿਵੇਂ ਠੀਕ ਲੱਗਦਾ ਹੈ ਉਵੇਂ ਹੀ ਕਰਾ ਲਿਓ, ਆਪਣੇ ਵੱਲੋਂ ਤੇ 7 ਬਚਨ ਹੈ। ਇਹ ਜਿਹੜੀ ਸ਼ਰਧਾ ਹੈ ਨਾ, ਇਹ ਅੰਨੀ ਹੈ। ਇੱਦਾਂ ਦੀ ਸ਼ਰਧਾ ਚਾਹੀਦੀ ਹੈ। ਜੇ ਗੁਰੂ ਕਹਿ ਦੇਵੇ ਵੀ ਭਾਈ ਸਿਧਾਂਤ ਤੋਂ ਨਹੀਂ ਟਲਣਾ, ਸਿਧਾਂਤ ਨੂੰ ਮੁੱਖ ਰੱਖਣਾ ਹੈ, ਸਾਹਮਣੇ ਰੱਖਣਾ ਹੈ, ਬਦਲੇ ਦੇ ਵਿੱਚ ਕੀ ਦੇਣਾ ਪਵੇ, ਫਿਰ ਆਰਾ ਵੀ ਚੱਲਦਾ ਹੈ ਤੇ ਕੋਈ ਗੱਲ ਨਹੀਂ, ਚੱਲੀ ਜਾਣ ਦਿਓ। ਇਹ ਅੰਨੀ ਸ਼ਰਧਾ ਹੈ। ਇੱਦਾਂ ਦੀ ਸ਼ਰਧਾ ਜਿੱਦਣ ਗੁਰੂ ਦੇ ਕੋਲ ਲੈ ਕੇ ਆਵਾਂਗੇ, ਸਭ ਕਹਿੰਦੇ ਫੇਰ ਮਿਲਾਪ ਹੋਏਗਾ। ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ। ਅੱਖਾਂ ਗੁਰੂ ਨੂੰ ਦੇਖਣਾ ਹੈ, ਫਿਰ ਸੁਰਤ ਦੀਆਂ ਅੱਖਾਂ ਖੋਲ। ਜਿਸ ਦਿਨ ਸੁਰਤ ਦੀਆਂ ਅੱਖਾਂ ਦੇ ਨਾਲ ਗੁਰੂ ਦੇ ਦੀਦਾਰੇ ਕਰਾਂਗੇ, ਫਿਰ ਸਭ ਕਹਿੰਦੇ ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਇੱਦਾਂ ਗੁਰੂ ਦੇ ਨਾਲ ਮਿਲਾਪ ਹੋਏਗਾ। ਜਿਸ ਦਿਨ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ। ਇੱਦਾਂ ਦੀ ਸ਼ਰਧਾ ਹੋਣੀ ਚਾਹੀਦੀ ਹੈ। ਇਹ ਗੁਰੂ ਨੂੰ ਅਰਪਣ ਕਰਨਾ ਹੈ। ਤੇ ਸਾਹਿਬ ਨੇ ਉਹਨੂੰ ਕਿਹਾ ਵੀ ਭਾਈ ਪੀਰ ਜੀ ਇਹ ਫੁੱਲ ਨਹੀਂ ਸੀ ਤੋੜਨਾ। ਇਹਨਾਂ ਸੁਣਦਿਆਂ ਹੀ ਉਹਨੂੰ ਸਮਝ ਆ ਗਈ ਵੀ ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਉਹ ਵਾਪਸ ਜਾਣ ਲੱਗਿਆ। ਉਹ ਜਦੋਂ ਲੰਘਿਆ, ਉਹਨੇ ਦੇਖਿਆ ਵੀ ਜਿਹੜੇ ਮੈਂ ਫੁੱਲ ਤੋੜੇ ਨੇ ਉਹ ਧਰਤੀ ਦੇ ਉੱਤੇ ਪਏ ਨੇ। ਬੜਾ ਦੁਖੀ ਹੋਇਆ ਵੀ ਸਾਹਿਬ ਨੇ ਇੱਕ ਫੁੱਲ ਟੁੱਟਾ ਦੇਖਿਆ ਤੇ ਮੈਨੂੰ ਏਡੀ ਗੱਲ ਕਹਿ ਦਿੱਤੀ ਵੀ ਇਹ ਕੰਮ ਮਾੜਾ ਕੀਤਾ। ਜੇ ਇੰਨੇ ਫੁੱਲ ਟੁੱਟੇ ਦੇਖਣਗੇ ਤੇ ਫੇਰ ਉਹ ਜਾਂਦਾ ਜਾਂਦਾ ਉਹਨਾਂ ਫੁੱਲਾਂ ਨੂੰ ਉਹਨੇ ਇਕੱਠਿਆਂ ਕੀਤਾ। ਉਹਨਾਂ ਫੁੱਲਾਂ ਦੇ ਨਾਲ ਉਸੇ ਜਗ੍ਹਾ ਦੇ ਉੱਤੇ ਗੋਬਿੰਦ ਲਿਖ ਕੇ ਚਲਾ ਗਿਆ। ਇਹ ਹੈ ਪਿਆਰ, ਇਹ ਹੈ ਭਾਵਨਾ, ਇਹ ਹੈ ਸ਼ਰਧਾ ਗੁਰੂ ਦੇ ਉੱਤੇ। ਜਿਸ ਦਿਨ ਏਡਾ ਸਿਦਕ ਲੈ ਕੇ ਆਵਾਂਗੇ ਨਾ, ਫਿਰ ਸੱਚਮੁੱਚ ਹੀ ਮਨ ਕਹੇਗਾ ਵੀ ਗੁਰੂ ਬਖਸ਼ਿਸ਼ਾਂ ਕਰਦਾ ਹੈ। ਮਨ ਆਪਣੇ ਆਪ ਗੁਰੂ ਦੇ ਨਾਲ ਜੁੜ ਕਰਕੇ ਬਖਸ਼ਿਸ਼ਾਂ ਦਾ ਪਾਤਰ ਬਣ ਜਾਵੇਗਾ। ਨਹੀਂ ਤੇ ਕਈ ਵਾਰ ਸਾਡੀ ਹਾਲਤ ਇੱਦਾਂ ਦੀ ਵੀ ਹੋ ਜਾਂਦੀ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨਾ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਓ ਸਿੱਖਾਂ ਮੈਂ ਚੂਕ। ਹੁਣ ਜੇ ਕੋਈ ਆ ਕੇ ਕਵੇ ਕਿਸੇ ਸਿਆਣੇ ਨੂੰ, ਜਿਹੜਾ ਬੜਾ ਮਸ਼ਹੂਰ ਹੋਵੇ ਵੀ ਮੈਂ ਬਾਂਸਰੀ ਬਹੁਤ ਵਧੀਆ ਵਜਾਉਣਾ, ਕੋਈ ਉਹਦੇ ਸਾਹਮਣੇ ਇਹ ਸ਼ਰਤ ਰੱਖ ਦੇਵੇ ਵੀ ਭਲਿਆ ਬਾਂਸਰੀ ਤੇ ਵਜਾਉਣੀ ਹੈ, ਪਰ ਬਾਂਸਰੀ ਵਜਾਉਣੀ ਉਹ ਹੈ ਜਿਹੜੀ ਅਸੀਂ ਦੇਵਾਂਗੇ। ਜਿਹੜੀ ਬਾਂਸਰੀ ਅਸੀਂ ਦੇਵਾਂਗੇ ਨਾ ਉਹ ਵਜਾਉਣੀ ਹੈ, ਤੇਰੀ ਆਪਣੀ ਨਹੀਂ ਵਜਾਉਣ ਦੇਣੀ। ਉਹ ਕਵੇ ਵੀ ਠੀਕ ਹੈ ਭਾਈ ਮੈਂ ਤੇ ਬਾਂਸਰੀ ਵਜਾਉਣਾ, ਕੋਈ ਹੋਵੇ ਮਜਾ ਹੀ ਲੈਣੀ ਹੈ। ਉਹ ਸਾਰਾ ਜ਼ੋਰ ਲਾ ਦੇਵੇ ਉਸ ਬਾਂਸਰੀ ਦੇ ਉੱਤੇ, ਪਰ ਬਾਂਸਰੀ ਵੱਜੀ ਨਾ। ਕਹਿਣ ਵਾਲਿਆਂ ਨੇ ਕਿਹਾ ਵੀ ਤੂੰ ਤੇ ਐਵੇਂ ਹੀ ਨਾਮ ਚੱਕੀ ਫਿਰਦਾ ਹੈ ਵੀ ਬੜਾ ਮਸ਼ਹੂਰ ਹੈ ਜੀ, ਤੈਨੂੰ ਬਾਂਸਰੀ ਬਹੁਤ ਆਉਂਦੀ ਹੈ। ਉਹ ਕਹਿੰਦਾ ਭਲਿਆ ਕਸੂਰ ਮੇਰਾ ਨਹੀਂ ਹੈ, ਮੇਰੀ ਗਲਤੀ ਨਹੀਂ ਹੈ ਵੀ ਬਾਂਸਰੀ ਦੇ ਵਿੱਚੋਂ ਸੁਰਾਂ ਨਹੀਂ ਨਿਕਲੀਆਂ। ਮੈਂ ਸਾਰਾ ਜ਼ੋਰ ਲਾਇਆ ਔਰ ਦੁਨੀਆ ਨੂੰ ਪਤਾ ਹੈ ਵੀ ਮੈਂ ਬਾਂਸਰੀ ਬਹੁਤ ਵਧੀਆ ਵਜਾਉਂਦਾ। ਕਹਿੰਦੇ ਫਿਰ ਕਸੂਰ ਕਿੱਥੇ ਆ? ਕਹਿੰਦੇ ਜਿਹੜੀ ਬਾਂਸਰੀ ਦਿੱਤੀ ਨਾ, ਇਹਦੇ ਵਿੱਚ ਮੇਰੀ ਜਿਹੜੀ ਹਵਾ ਸੀ ਨਾ, ਜਿਹੜੀ ਹਵਾ ਮੈਂ ਇਹਦੇ ਵਿੱਚ ਪਾਸ ਕਰਨੀ ਸੀ, ਜਿਹਦੇ ਨਾਲ ਸੁਰਾਂ ਨਿਕਲਣੀਆਂ ਸੀ, ਉਹ ਰੁਕਦੀ ਨਹੀਂ ਸੀ, ਉਹ ਸਿੱਧੀ ਨਿਕਲ ਜਾਂਦੀ ਸੀ। ਉਹਦੇ ਵਿੱਚ ਰੋਕ ਨਹੀਂ ਹੈਗੀ ਸੀ। ਕਬੀਰ ਸਾਹਿਬ ਕਹਿੰਦੇ ਬਹੁਤਿਆਂ ਦੀ ਜ਼ਿੰਦਗੀ ਵੀ ਇੱਦਾਂ ਦੀ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੈ ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ ਜਿਉ ਬਾਂਸ ਵਜਾਈਐ ਫੂਕ। ਇੱਕ ਪਾਸਿਓਂ ਸੁਣ ਲਿਆ ਤੇ ਦੂਜੇ ਪਾਸਿਓਂ ਕੱਢ ਦਿੱਤਾ। ਸਾਹਿਬ ਕਹਿੰਦੇ ਇੱਦਾਂ ਨਹੀਂ। ਜੇ ਸੱਚਮੁੱਚ ਹੀ ਗੁਰੂ ਦੀ ਰਹਿਮਤ ਲੈਣੀ ਹੈ ਤੇ ਫਿਰ ਰਹਿਮਤ ਲੈਣ ਦਾ ਤੇ ਇੱਕੋ ਹੀ ਤਰੀਕਾ ਹੈ, ਹੁਕਮ ਮੰਨਿਆ ਹੋਵੈ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਇਸ। ਖਸਮ ਦਾ ਮਹਿਲ
ਗੁਰੂ ਦੀ ਦਾਤ ਪ੍ਰਾਪਤ ਕਰਨ ਦਾ ਇੱਕੋ ਹੀ ਇੱਕ ਢੰਗ ਤੇ ਤਰੀਕਾ ਏ, ਉਹ ਹੈ ਗੁਰੂ ਦਾ ਹੁਕਮ ਮੰਨਣਾ। ਜਿਸ ਦਿਨ ਹੁਕਮ ਮੰਨ ਲਵਾਂਗੇ ਉਸੇ ਦਿਨ ਦਾਤਾਂ ਪ੍ਰਾਪਤ ਹੋ ਜਾਣਗੀਆਂ, ਉਸੇ ਦਿਨ ਕਿਰਪਾ ਦੇ ਪਾਤਰ ਬਣ ਜਾਵਾਂਗੇ। ਕਿਰਪਾ ਤੇ ਹੋ ਰਹੀ ਹੈ। ਫਰੀਦ ਸਾਹਿਬ ਕਹਿੰਦੇ ਕਿਰਪਾ ਲੈਣੀ ਹੈ। ਫਿਰ ਇੱਕ ਤਰੀਕਾ ਏ, ਕਿਤੇ ਇਹ ਭੁਲੇਖਾ ਰਹਿ ਜਾਵੇ ਵੀ ਟਿੱਬਾ ਕਵੇ ਵੀ ਮੈਨੂੰ ਜੀ ਮੇਰੇ ਉੱਤੇ ਤੇ ਕਿਰਪਾ ਹੀ ਨਹੀਂ ਹੁੰਦੀ, ਮੀਂਹ ਪੈਂਦਾ ਹੈ ਮੇਰੇ ਨਾਲ ਤੇ ਮੀਂਹ ਜਿਹੜਾ ਹੈ ਨਾ ਵਿਤਕਰਾ ਕਰਦਾ ਹੈ, ਵੀ ਮੇਰੇ ਉੱਤੇ ਤੇ ਪਾਣੀ ਨਹੀਂ ਕਦੇ ਰੁਕਿਆ, ਮੀਂਹ ਤਾਂ ਮੇਰੇ ਉੱਤੇ ਪਾਣੀ ਰੁਕਣ ਹੀ ਨਹੀਂ ਦਿੰਦਾ, ਇਹ ਤੇ ਆਪਣੇ ਆਪ ਨਿਮਾਣ 'ਚ ਚਲ ਜਾਂਦਾ ਹੈ। ਤੇ ਫਰੀਦ ਸਾਹਿਬ ਕਹਿੰਦੇ ਜੇ ਕਿਰਪਾ ਲੈਣੀ ਹੈ ਤੇ ਦੇਖ ਲੈ ਫਿਰ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹ, ਬਰਾਬਰ ਕਰ ਆਪਣਾ ਮਨ। ਕਿਤੇ ਇਹ ਨਾ ਹੋਵੇ ਵੀ ਜਦੋਂ ਗੁਰੂ ਦੀ ਗੱਲ ਆਵੇ ਤੇ ਤੇਰਾ ਮਨ ਐ ਉੱਚਾ ਹੋ ਜਾਵੇ ਵੀ ਇਹ ਤਾਂ ਕੰਮ ਔਖਾ, ਇਹ ਨਹੀਂ ਮੰਨਿਆ ਜਾ ਸਕਦਾ, ਹੋਰ ਪਾਸੇ ਨੂੰ ਜਾ ਕੇ ਨੀਵਾਂ ਉਧਰ ਨੂੰ ਦੌੜੇ। ਸਭ ਕਹਿੰਦੇ ਫਿਰ ਜਿੱਧਰ ਨੂੰ ਨਿਵਾਣ ਹੈ, ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਿਨ੍ਹਾਂ ਦੇ ਅੰਦਰ ਗਰੀਬੀ ਸੁਭਾਅ ਹੈ, ਉਹਨਾਂ ਦੇ ਉੱਤੇ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ, ਉਹਨਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਕਿਰਪਾ ਉਹਨਾਂ ਦੇ ਉੱਤੇ ਹੋਏਗੀ ਜਿਹੜੇ ਆਪਣੇ ਅੰਦਰ ਨੂੰ ਨੀਵਾਂ ਕਰਕੇ ਆਉਣਗੇ, ਜਿਹੜੇ ਮੰਨ ਕੇ ਬੈਠੇ ਨੇ ਵੀ ਉੱਚੇ ਆ, ਉਹਨਾਂ ਦੇ ਉੱਤੇ ਕਿਰਪਾ ਨਹੀਂ ਹੁੰਦੀ। ਪੀਰ ਬੁੱਧੂ ਸ਼ਾਹ ਸਾਹਿਬ ਦੇ ਕੋਲ ਆਉਂਦੇ ਨੇ, ਮਾਲਕ ਦੇ ਕੋਲ ਆ ਕੇ ਉਹੀ ਸਵਾਲ ਜਿਹੜਾ ਦੁਨੀਆ ਦਾ ਹੈ, ਉਹੀ ਸਵਾਲ ਕੀਤਾ। ਸਾਹਿਬ ਨੂੰ ਆ ਕੇ ਕਹਿਣ ਲੱਗੇ ਸਤਿਗੁਰੂ ਜੀ ਰੱਬ ਜੀ ਦੇ ਨਾਲ ਮਿਲਣਾ ਹੈ, ਕਿਵੇਂ ਮਿਲਿਆ ਜਾ ਸਕਦਾ ਹੈ? ਸਭ ਕਹਿੰਦੇ ਜਿਵੇਂ ਦਿਨ ਤੇ ਰਾਤ ਹੈ ਉਦਾਂ ਦਾ ਜੀਵਨ ਬਣਾ ਲੈ, ਰੱਬ ਦੇ ਨਾਲ ਮਿਲ ਜਾਏਗਾ। ਕਹਿਣ ਲੱਗੇ ਦਿਨ ਤੇ ਰਾਤ ਦਾ ਤੇ ਕੋਈ ਮੇਲ ਹੀ ਨਹੀਂ ਹੈ, ਦਿਨ ਆਉਂਦਾ ਏ ਤੇ ਰਾਤ ਨੂੰ ਜਾਣਾ ਪੈਂਦਾ ਏ, ਰਾਤ ਆਈ ਤੇ ਦਿਨ ਨੂੰ ਜਾਣਾ ਪੈਂਦਾ ਏ, ਇੱਕ ਨੂੰ ਤੇ ਖਤਮ ਹੋਣਾ ਪਏਗਾ, ਇਹਨਾਂ ਦਾ ਤੇ ਮੇਲ ਹੀ ਕਦੇ ਨਹੀਂ ਹੈ। ਸਭ ਕਹਿੰਦੇ ਬਸ ਆਹੀ ਤਰੀਕਾ ਹੈ, ਇੱਕ ਨੂੰ ਖਤਮ ਕਰ, ਜਾਂ ਆਪਣੇ ਅੰਦਰੋਂ ਮੈਂ ਨੂੰ ਖਤਮ ਕਰ ਲੈ, ਜਾਂ ਫਿਰ ਗੁਰੂ ਦੀ ਸਾਂਝ ਨਹੀਂ ਬਣਾ ਸਕਦਾ। ਗੁਰੂ ਦੀ ਤਾਂਘ ਦੀ ਜਿਹੜੀ ਹੈ ਨਾ ਮਨ ਦੇ ਅੰਦਰ ਵੀ ਗੁਰੂ ਦੇ ਨਾਲ ਮਿਲਣਾ ਹੈ, ਜਾਂ ਤੇ ਇਸ ਤਾਂਘ ਨੂੰ ਖਤਮ ਕਰ ਦੇ ਤੇ ਜਾਂ ਫਿਰ ਮੈਂ ਨੂੰ ਖਤਮ ਕਰ ਲੈ। ਇੱਕ ਚੀਜ਼ ਹੀ ਮਿਲ ਸਕਦੀ ਹੈ, ਜਾਂ ਮੈਂ ਤੇ ਜਾਂ ਗੁਰੂ, ਕਿਉਂਕਿ ਸਾਹਿਬ ਦੇ ਬਚਨ ਨੇ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸਾਂ ਇੱਕ ਥਾਂ, ਦੋਵੇਂ ਇੱਕ ਥਾਂ ਤੇ ਨਹੀਂ, ਇੱਕੋ ਹੀ ਚੀਜ਼ ਮਿਲੇਗੀ, ਜਾਂ ਮੈਂ ਮਿਲ ਜਾਵੇਗੀ ਤੇ ਜਾਂ ਫਿਰ ਗੁਰੂ ਮਿਲ ਜਾਵੇਗਾ। ਹੁਣ ਅਸੀਂ ਦੇਖਣਾ ਹੈ ਵੀ ਮੈਂ ਰੱਖਣੀ ਹੈ ਵੀ ਅਸੀਂ ਵੱਡੇ ਹਾਂ, ਅਸੀਂ ਸਿਆਣੇ ਹਾਂ, ਸਾਡੇ ਕੋਲ ਗਿਆਨ ਹੈ, ਕਿਉਂਕਿ ਸਾਹਿਬ ਕਹਿੰਦੇ ਇਹਨਾਂ ਦੀ ਲੋੜ ਨਹੀਂ। ਇੱਥੇ ਗੁਰੂ ਦੇ ਕੋਲ ਆਇਆ ਹੈ ਨਾ, ਭਾਂਡਾ ਖਾਲੀ ਕਰਕੇ ਆਇਆ ਕਰ, ਭਰੇ ਭਾਂਡਿਆਂ ਦੇ ਵਿੱਚ ਕੁਝ ਨਹੀਂ ਪੈਂਦਾ। ਵਸਤੂ ਅੰਦਰ ਵਸਤ ਸਮਾਵੈ, ਜੇ ਦੂਜੀ ਹੋਵੇ ਪਾਸ, ਇੱਕ ਤੇ ਛੱਡਣਾ ਪਏਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇੱਕ ਨੂੰ ਛੱਡ ਕੇ ਆ, ਜਾਂ ਮੈਂ ਨੂੰ ਛੱਡ ਤੇ ਜਾਂ ਗੁਰੂ ਦੀ ਤਾਂਘ ਨੂੰ ਛੱਡ ਦੇ, ਫਿਰ ਇੱਕੋ ਹੀ ਚੀਜ਼ ਮਿਲ ਸਕਦੀ ਹੈ, ਦੋਵੇਂ ਇਕੱਠੀਆਂ ਨਹੀਂ ਰਹਿ ਸਕਦੀਆਂ। ਤੇ ਕਿਰਪਾਲੂ ਦਾਤਾ ਜੀ ਦਾ ਜੀਵਨ ਜਦੋਂ ਦੇਖਦੇ ਹਾਂ, ਸਾਹਿਬ ਦੇ ਜੀਵਨ ਨੂੰ ਬਿਆਨ ਕਰਦੇ ਹਾਂ, ਕਈ ਵਾਰ ਸਾਨੂੰ ਲੱਗਦਾ ਹੈ ਨਾ ਵੀ ਅਸੀਂ ਬਾਣੀ ਪੜ੍ਹਦੇ ਹਾਂ। ਮੈਂ ਬੇਨਤੀਆਂ ਸੰਖੇਪ ਦੇ ਵਿੱਚ ਕਰਨੀਆਂ ਨੇ। ਕਈ ਵਾਰ ਸਾਨੂੰ ਇੱਦਾਂ ਲੱਗਦਾ ਹੈ ਵੀ ਜੀ ਬਾਣੀ ਤੇ ਅਸੀਂ ਬਹੁਤ ਪੜ੍ਹਦੇ ਹਾਂ, ਦੇਖੋ ਜੀ ਨਿਤਨੇਮ ਵੀ ਕਰਦੇ ਹਾਂ, ਜਾਂ ਕਈ ਵਾਰ ਇੱਦਾਂ ਕਹਿ ਦਿੰਦੇ ਦੇਖੋ ਜੀ ਫਲਾਣਾ ਬੰਦਾ ਇੰਨੀ ਬਾਣੀ ਪੜ੍ਹਦਾ ਏ, ਇੰਨਾ ਨਿਤਨੇਮ ਕਰਦਾ ਏ, ਫਿਰ ਵੀ ਉਹਨੂੰ ਦੁੱਖ ਆ ਗਏ, ਜਾਂ ਫਿਰ ਮੈਂ ਇੰਨੀ ਬਾਣੀ ਪੜ੍ਹਦਾ ਮੈਨੂੰ ਦੁੱਖ ਆ ਗਏ। ਇੱਦਾਂ ਕਹਿ ਦਿੰਦੇ ਨਾ ਕਈ ਵਾਰ ਅਸੀਂ, ਸਾਡੇ ਖਿਆਲਾਂ 'ਚ ਇਹ ਗੱਲ ਆਉਂਦੀ ਹੈ ਵੀ ਦੇਖੋ ਜੀ ਤੁਸੀਂ ਕਹਿੰਦੇ ਹੋ ਬਾਣੀ ਪੜ੍ਹਨੀ ਚਾਹੀਦੀ ਆ, ਉਹਨੂੰ ਤੇ ਇੰਨੀ ਬਾਣੀ ਪੜ੍ਹਨ ਤੋਂ ਬਾਅਦ ਵੀ ਦੁੱਖ ਆ ਗਿਆ, ਅਸੀਂ ਕੀ ਕਰੀਏ ਬਾਣੀ ਪੜ੍ਹ ਕੇ। ਕਦੇ ਖਿਆਲ ਕਰਿਆ ਜੇ ਜਿਹੜੀ ਬਾਣੀ ਨੂੰ ਪੜ੍ਹ ਕੇ ਤੁਸੀਂ ਕਹਿੰਦੇ ਹੋ ਨਾ ਵੀ ਸਰੀਰ ਦੇ ਦੁੱਖ ਖਤਮ ਹੋ ਜਾਣੇ ਚਾਹੀਦੇ ਨੇ, ਇਹ ਸਰੀਰ ਦੇ ਦੁੱਖਾਂ ਨੂੰ ਖਤਮ ਕਰਨ ਦੇ ਵਾਸਤੇ ਨਹੀਂ ਆ, ਇਹ ਤੇ ਤੇਰੇ ਅੰਦਰ ਦੇ ਦੁੱਖਾਂ ਨੂੰ ਖਤਮ ਕਰਨ ਦੀ ਗੱਲ ਹੈ। ਜੇ ਬਾਹਰ ਦੇ ਦੁੱਖਾਂ ਦੀ ਗੱਲ ਕਰਦੇ ਆ ਨਾ, ਤੇ ਸਾਹਿਬ ਕਹਿੰਦੇ ਫਿਰ ਬਾਹਰ ਦੇ ਦੁੱਖਾਂ ਦੀ ਗੱਲ ਨਾ ਕਰੀ। ਜਿਸ ਵਕਤ ਅੱਲਾ ਯਾਰ ਖਾਂ ਜੋਗੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਨੂੰ ਬਿਆਨ ਕੀਤਾ, ਸੰਖੇਪ ਦੇ ਵਿੱਚ ਲਿਖਦਿਆਂ ਹੋਇਆਂ ਉਹਨਾਂ ਨੇ ਸ਼ਬਦ ਵਰਤੇ, ਕਹਿਣ ਲੱਗੇ ਅੱਧਾ ਨੇ ਤੁਝੇ ਕਭੀ ਸੰਭਲਨੇ ਨਾ ਦਿਆ ਥਾ। ਅੱਧਾ ਕਹਿੰਦੇ ਨੇ ਦੁਸ਼ਮਣ ਨੇ, ਕਹਿੰਦੇ ਦੁਸ਼ਮਣ ਨੇ ਤੈਨੂੰ ਕਦੇ ਸਾਹ ਨਹੀਂ ਲੈਣ ਦਿੱਤਾ, ਸੰਭਲ ਨਹੀਂ ਦਿੱਤਾ। ਅੱਧਾ ਨੇ ਤੁਝੇ ਕਭੀ ਸੰਭਲਨੇ ਨਾ ਦਿਆ ਥਾ, ਗੁਲੇ ਗੁਲਸ਼ਨ ਕੋ ਕਭੀ ਖਿਲਨੇ ਨਾ ਦਿਆ ਥਾ, ਤੈਨੂੰ ਤੇ ਕਦੇ ਇਕੱਠੇ ਬੈਠਣ ਨਹੀਂ ਦਿੱਤਾ।
ਢੰਗ ਦੇ ਨਾਲ ਤੈਨੂੰ ਤੇ ਜ਼ਿੰਦਗੀ ਜਿਉਣ ਨਹੀਂ ਦਿੱਤੀ। ਜੇ ਬਾਹਰੀ ਜ਼ਿੰਦਗੀ ਦੀ ਗੱਲ ਅਸੀਂ ਕਰਦੇ ਹਾਂ, ਜਿਹੜੀ ਗੱਲ ਅਸੀਂ ਕਰਦੇ ਹਾਂ ਨਾ ਵੀ ਦੁੱਖ ਆ ਗਿਆ ਜੀ, ਬਾਣੀ ਪੜ੍ਹਦੇ ਹਾਂ ਜੀ, ਦੇਖੋ ਰੋਗ ਲੱਗ ਗਿਆ ਸਰੀਰ ਦਾ, ਤੇ ਸਾਹਿਬ ਕਹਿੰਦੇ ਸਰੀਰ ਦੇ ਰੋਗਾਂ ਦੀ ਗੱਲ ਨਹੀਂ ਇੱਥੇ ਤੇ ਤੇਰੇ ਮਨ ਦੇ ਰੋਗ ਕੱਟੇ ਜਾਣਗੇ। ਮਨ ਦੇ ਅੰਦਰ ਦੇ ਜਿੰਨੇ ਰੋਗ ਨੇ ਉਹ ਖਤਮ ਹੋ ਜਾਣਗੇ ਬਾਣੀ ਦੇ ਨਾਲ। ਕਹਿੰਦੇ ਕਾਂਟਾ ਦਿਲੇ ਪੁਰ ਖੂਹ ਸੇ ਕਭੀ ਨਿਕਲਨੇ ਨਾ ਦਿਆ ਤਾਂ, ਕਦੇ ਇਦਾਂ ਹੋਇਆ ਹੀ ਨਹੀਂ ਵੀ ਤੈਨੂੰ ਟੇਕੇ ਕਦੇ ਜ਼ਿੰਦਗੀ ਇਹਨਾਂ ਨੇ ਜਿਉਣ ਦਿੱਤੀ ਹੋਵੇ। ਜੇ ਪਹਾੜੀ ਹਟਦੇ ਨੇ ਤੇ ਗੁੱਜਰ ਆ ਜਾਂਦੇ ਨੇ, ਗੁੱਜਰ ਹਟਦੇ ਨੇ ਰੰਗੜ ਆ ਜਾਂਦੇ ਨੇ, ਮੁਗਲ ਆ ਜਾਂਦੇ ਨੇ, ਕੋਈ ਨਾ ਕੋਈ ਇੱਥੇ ਚੱਲਦਾ ਹੀ ਰਹਿੰਦਾ ਹੈ। ਕਦੇ ਤੇਰੇ ਬਾਪ ਨੂੰ ਪਿਤਾ ਨੂੰ ਕਦੇ ਇਹਨਾਂ ਨੇ ਸ਼ਹੀਦ ਕਰ ਦਿੱਤਾ, ਬਚਪਨ ਉਮਰ ਸੀ, ਬਾਲ ਅਵਸਥਾ ਹੈ ਜੇ ਆਪ ਨੂੰ ਜ਼ਿੰਮੇਵਾਰੀ ਮਿਲਦੀ ਹੈ ਤੇ ਬਾਰ-ਬਾਰ ਹਮਲੇ ਹੁੰਦੇ ਨੇ, ਪੁੱਤਰ ਸ਼ਹੀਦ ਹੁੰਦੇ ਨੇ ਸਾਹਮਣੇ, ਮਾਤਾ ਸ਼ਹੀਦ ਹੋ ਜਾਂਦੀ ਹੈ। ਇਹਨੇ ਮੁਰੀਦ ਇਹਨੇ ਸਿੱਖ ਸ਼ਹਾਦਤ ਦੇ ਜਾਮ ਪੀ ਜਾਂਦੇ ਨੇ, ਕਦੇ ਇਦਾਂ ਹੋਇਆ ਹੀ ਨਹੀਂ। ਪਰ ਕਹਿੰਦੇ ਫਿਰ ਵੀ ਕਮਾਲ ਹੈ, ਇਹ ਗੱਲ ਫਿਰ ਵੀ ਹੈਰਾਨੀ ਵਾਲੀ ਹੈ। ਕਾਂਟਾ ਦਿਲੇ ਪੁਰ ਖੂਹ ਸੇ ਕਭੀ ਨਿਕਲਨੇ ਨਾ ਦਿया था, जिस रण में लड़ा बेसरो सामान लड़ा, 100 ਸਿੰਘ लिए लाखों पे जा जा के पड़ा। ਕਹਿੰਦੇ ਫਿਰ ਵੀ ਕਮਾਲ ਹੈ ਵੀ 100 ਕੁ ਸਿੰਘ ਉਹਨਾਂ ਨੇ ਇੱਕ ਗਿਣਤੀ ਵਰਤੀ ਹੈ, ਵੱਧ ਘੱਟ ਨਹੀਂ। ਉਹ ਕਹਿੰਦੇ ਲਗਭਗ ਥੋੜ੍ਹੇ ਜਿਹੇ ਸਿੰਘ ਲੈਣਾ ਹੈ ਤੇ ਸਾਹਮਣੇ ਲੱਖਾਂ ਦੀ ਗਿਣਤੀ ਹੈ, ਫਿਰ ਵੀ ਕਦੇ ਇਹ ਨਹੀਂ ਹੋਇਆ ਵੀ ਮੈਦਾਨੇ ਜੰਗ 'ਚੋਂ ਹਾਰ ਕੇ ਆਇਆ, ਫਿਰ ਵੀ ਜਿੱਤ ਕੇ ਆਉਣਾ। 100 ਸਿੰਘ लिए लाखों पे जा जा के लड़ा। ਪਰ ਫਿਰ ਵੀ ਇੰਨੀ ਹੈ, ਸਾਹਿਬ ਦੇ ਕੋਲ ਲੜਨ ਵਾਲੇ ਕਿਹੜੇ ਨੇ? ਬੇਸਰੋ ਸਾਮਾਨ ਲੜਾ, ਸ਼ਬਦ ਵਰਦੇ ਨੇ, ਬੇਸਰੋ ਸਾਮਾਨ, ਨਾ ਤੇ ਸਿਰ ਨੇ ਬਹੁਤੇ, ਨਾ ਕੋਈ ਸਮਾਨ ਬਹੁਤਾ, ਇਹ ਹਥਿਆਰ ਚੰਗੇ ਨੇ। ਤੁਸੀਂ ਪਹਿਲਾ ਜੰਗ ਕਦੇ ਭੰਗਾਣੀ ਦਾ ਵਿਸਥਾਰ ਸਾਹਿਤ ਪੜ੍ਹ ਕੇ ਦੇਖਿਆ ਜੇ, ਹੁਣ ਉੱਥੇ ਨਾ ਤੇ ਕੋਈ ਚੰਗੇ ਹਥਿਆਰ ਨੇ ਤੇ ਨਾ ਲੜਨ ਵਾਲੇ ਨੇ, ਉੱਥੇ ਲੜਨ ਵਾਲੇ ਵੀ ਨਹੀਂ ਹੈ। ਕੋਈ ਘੋੜਿਆਂ ਦੀ ਰਾਖੀ ਵਾਲਾ ਹੈ, ਮਾਹੀ ਹੈ, ਕੋਈ ਲੰਗਰ ਬਣਾਉਣ ਵਾਲਾ ਹੈ ਤੇ ਕੋਈ ਡੇਰੇ ਦੀ ਸਾਂਭ ਸੰਭਾਲ ਕਰਨ ਵਾਲਾ ਹੈ। ਲੜਨ ਵਾਲੇ ਬਹੁਤ ਘੱਟ ਨੇ ਉਹਦੇ ਵਿੱਚ, ਪਰ ਫਿਰ ਵੀ ਮੈਦਾਨੇ ਜੰਗ ਜਿੱਤਿਆ ਜਾਂਦਾ, ਕਿਉਂਕਿ ਜਿੱਤਣ ਲੱਗਿਆਂ ਉੱਥੇ ਗਿਣਤੀ ਨਹੀਂ ਦੇਖੀ ਜਾਂਦੀ। ਜਿਹੜੇ ਲੜ ਰਹੇ ਨੇ ਨਾ, ਉਹ ਇਹ ਨਹੀਂ ਦੇਖਦੇ ਵੀ ਕਿਹਦੇ ਨਾਲ ਲੜ ਰਹੇ ਆ, ਉਹ ਸਿਰਫ ਇੰਨਾ ਦੇਖ ਰਹੇ ਆ ਵੀ ਸਾਡੀ ਪਿੱਠ ਤੇ ਕੌਣ ਹੈ। ਜਿੱਦਣ ਮੈਦਾਨੇ ਜੰਗ 'ਚ ਜ਼ਿੰਦਗੀ ਦੇ ਉਤਰੀਏ, ਉਸ ਦਿਨ ਇਹ ਦੇਖੀਏ ਵੀ ਗੁਰੂ ਦੀ ਬਖਸ਼ਿਸ਼ ਹੈ, ਪਿੱਠ ਤੇ ਗੁਰੂ ਦਾ ਥਾਪੜਾ ਹੈ ਤੇ ਮੈਦਾਨੇ ਜੰਗ ਜਿਹੜਾ ਜ਼ਿੰਦਗੀ ਦਾ ਅਸੀਂ ਜਿਉਣਾ ਹੈ। ਜਿਹੜੀ ਗੱਲ ਸਭ ਕਹਿੰਦੇ ਨੇ ਨਾ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਕਰੈ ਨਿਤ ਜੰਗ। ਹੁਣ ਨਿਤ ਜੰਗ ਦਾ ਭਾਵ ਇਹ ਨਹੀਂ ਹੈ ਵੀ ਗਵਾਂਢੀਆਂ ਦੇ ਨਾਲ ਹੀ ਲੜਦੇ ਰਹਿਣਾ। ਨਿਤ ਜੰਗ ਦਾ ਭਾਵ ਹੈ ਵੀ ਜਿਹੜੇ ਮਨ ਦੇ ਅੰਦਰ ਆ ਤੰਗ ਕਰਦੇ ਨੇ ਨਾ, ਜਿਨ੍ਹਾਂ ਨੂੰ ਸਾਹਿਬ ਕਹਿੰਦੇ ਨੇ ਅਵਰ ਪੰਚ ਹਮੇ ਏਕ ਜਨਾ, ਕਿਉਂ ਰਾਖੋਂ ਘਰ ਬਾਹਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਨਾ। ਸਾਹਿਬ ਕਹਿੰਦੇ ਫਿਰ ਇੱਕ ਤਰੀਕਾ ਹੈ, ਸ਼੍ਰੀ ਰਾਮ ਨਾਮਾ ਉਚਰ ਮਨਾ। ਔਰ ਜਿਹੜੀ ਗੱਲ ਗੁਰੂ ਨੇ ਬਖਸ਼ਿਸ਼ ਰਹਿਮਤ ਕਰ ਦਿੱਤੀ ਹੈ ਨਾ, ਜਿਹੜੇ ਹਥਿਆਰ ਦਿੱਤੇ ਨੇ, ਜਿਹਨੂੰ ਸਾਹਿਬ ਨੇ ਕਿਹਾ ਗਰੀਬੀ ਗਦਾ ਹਮਾਰੀ, ਖੰਨਾ ਰੇਨ ਸਗਲ ਸ਼ਾਰੀ, ਤੇ ਸਿਆਗੈ ਕੋ ਨਾ ਟਿਕੈ ਵਿਕਾਰੀ, ਗੁਰਪੁਰ ਹੈ। ਇਹ ਗੱਲ ਸਾਰੀ ਸਾਹਿਬ ਕਹਿੰਦੇ ਜਦੋਂ ਬਾਹਰ ਦੀ ਲੋੜ ਪਵੇ ਉਦੋਂ ਬਾਹਰ ਦੇ ਹਥਿਆਰਾਂ ਦੇ ਨਾਲ, ਜਿੱਦਣ ਅੰਦਰ ਦੀ ਲੋੜ ਪਵੇ ਨਾ, ਅੰਦਰ ਤੰਗ ਕਰੇ, ਵਿਕਾਰ ਤੰਗ ਕਰਨ, ਫਿਰ ਇਹਨਾਂ ਹਥਿਆਰਾਂ ਦੇ ਨਾਲ ਲੜੇ। ਗਰੀਬੀ ਗਦਾ ਹਮਾਰੀ, ਨਿਮਰਤਾ, ਜਿਸ ਦਿਨ ਅੰਦਰ ਨਿਮਰਤਾ ਆ ਗਈ, ਇਹ ਵਿਕਾਰ ਤੇ ਆਪੇ ਹੀ ਦੂਰ ਹੋ ਜਾਣਗੇ। ਇਹ ਗੁਰੂ ਦੀ ਰਹਿਮਤ ਹੈ, ਇਹ ਗੁਰੂ ਦੀ ਬਖਸ਼ਿਸ਼ ਹੈ। ਇਸ ਕਰਕੇ ਸਦੀਵੀ ਤਿਆਰ ਰਹਿਣਾ ਹੈ, ਭਾਵੇਂ ਉਹ ਜ਼ਿੰਦਗੀ ਦਾ ਮੈਦਾਨ ਹੋਵੇ, ਭਾਵੇਂ ਕੋਈ ਉੱਦਾਂ ਮੈਦਾਨੇ ਜੰਗ 'ਚ ਉਤਰੀ, ਤੇ ਗੁਰੂ ਦੀ ਰਹਿਮਤ ਬੜੀ ਹੈ। ਜਦੋਂ ਗੁਰੂ ਕਾ ਪਿਆਰਾ ਸਿੱਖ ਬਾਣੀ ਨੂੰ ਪੜ੍ਹਦਿਆਂ ਹੋਇਆਂ ਜ਼ਿੰਦਗੀ ਨੂੰ ਬਤੀਤ ਕਰਦਾ ਹੈ, ਫਿਰ ਅੱਜ ਕੱਲ੍ਹ ਜਿਹੜਾ ਸਾਡੇ ਅੰਦਰ ਚੱਲ ਰਿਹਾ ਨਾ, ਬਹੁਤਿਆਂ ਦੇ, ਸਾਨੂੰ ਕਈਆਂ ਨੂੰ ਬਾਣੀ ਪੜ੍ਹਦਿਆਂ ਵੀ ਇੱਦਾਂ ਲੱਗਦਾ ਹੈ ਕਿ ਜੀ ਡਿਪਰੈਸ਼ਨ ਹੋ ਗਿਆ। ਜਿਹਨੂੰ ਡਿਪਰੈਸ਼ਨ ਦਾ ਲੱਗੇ ਨਾ ਵੀ ਮੈਨੂੰ ਡਿਪਰੈਸ਼ਨ ਹੋ ਗਿਆ, ਕਿਉਂ ਹੋ ਗਿਆ? ਕਾਰੋਬਾਰ 'ਚ ਘਾਟਾ ਪੈ ਗਿਆ ਤਾਂ ਡਿਪਰੈਸ਼ਨ ਹੋ ਗਿਆ, ਘਰ 'ਚ ਕੋਈ ਦੁੱਖ ਆ ਗਿਆ ਤਾਂ ਡਿਪਰੈਸ਼ਨ ਹੋ ਗਿਆ। ਕਦੇ ਕਲਗੀਧਰ ਸਵਾਮੀ ਦਾ ਜੀਵਨ ਇਤਿਹਾਸ ਪੜ੍ਹ ਕੇ ਦੇਖ ਲਿਆ ਜੇ, ਇੱਦਾਂ ਦੇ ਡਿਪਰੈਸ਼ਨ ਆਪਣੇ ਆਪ ਹੀ ਦੂਰ ਹੋ ਜਾਣੇ। ਜਿਹੜਾ ਗੁਰੂ ਕਾ ਪਿਆਰਾ ਰੋਜ਼ਾਨਾ ਪੜ੍ਹਦਾ ਹੋਵੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਉਹ ਗੁਰੂ ਕਾ ਪਿਆਰਾ ਇਹ ਗੱਲ ਕਹਿ ਦੇਵੇ ਵੀ ਚਿੰਤਾ ਆ ਗਈ, ਰੋਗ ਲੱਗ ਗਿਆ, ਡਿਪਰੈਸ਼ਨ ਹੋ ਗਿਆ, ਸਭ ਕਹਿੰਦੇ ਇਹ ਤੇ ਕੋਈ ਗੱਲ ਨਹੀਂ ਬਣੀ। ਤੂੰ ਗੁਰੂ ਦੇ ਕੋਲ ਆ, ਬਾਣੀ ਨੂੰ ਪੜ੍ਹ, ਇਹ ਬਾਣੀ ਤੇ ਅੰਦਰ ਨੂੰ ਇੰਨਾ ਕੁ ਤਗੜਾ ਕਰ ਦਿੰਦੀ ਹੈ
ਵੀ ਮਨ ਦੀ ਤਾਕਤ ਇੰਨੀ ਕੁ ਆਪਣੇ ਆਪ ਨੂੰ ਪਛਾਣ ਲੈਂਦਾ, ਫਿਰ ਤੇ ਕੋਈ ਦਿੱਕਤ ਹੀ ਨਹੀਂ ਹੈ। ਕਿਸੇ ਪਾਸੇ ਨੂੰ ਤੁਰ ਪਵੇ ਫਿਰ ਤੇ ਜੇ ਕੋਈ ਇੰਨਾ ਕੁ ਦੁੱਖ ਦੇ ਦੇਵੇ ਨਾ, ਕਦੇ ਪੜ੍ਹ ਕੇ ਦੇਖੀਏ ਭਾਈ ਮਨੀ ਸਿੰਘ ਜੀ ਦਾ ਜੀਵਨ, ਉਹਨਾਂ ਦੇ ਜੀਵਨ ਦੇ ਅੰਦਰ ਕਿੰਨੀ ਵਾਰ ਸੁਨੇਹਾ ਇਸ ਗੱਲ ਦਾ ਆਇਆ ਵੀ ਭਾਈ ਮਨੀ ਸਿੰਘ ਜੀ ਤੁਹਾਡੇ ਭਰਾਤਾ ਸ਼ਹਾਦਤ ਦਾ ਜਾਮ ਪੀ ਗਏ, ਭਾਈ ਮਨੀ ਸਿੰਘ ਜੀ ਤੁਹਾਡੇ ਪੁੱਤਰ ਦੀ ਸ਼ਹਾਦਤ ਹੋ ਗਈ, ਅੱਜ ਦੂਜੇ ਪੁੱਤਰ ਦੀ ਵੀ ਸ਼ਹਾਦਤ ਹੋ ਗਈ, ਅੱਜ ਤੀਜੇ ਪੁੱਤਰ ਦੀ ਵੀ ਸ਼ਹਾਦਤ ਹੋ ਗਈ। ਉਹਨਾਂ ਦਾ ਜੀਵਨ ਪੜ੍ਹ ਕੇ ਦੇਖੀਏ ਉਹ ਕਿਉਂ ਨਹੀਂ ਡਿਪਰੈਸ਼ਨ ਆਇਆ, ਕਿਉਂਕਿ ਮਨ ਬਾਣੀ ਦੇ ਨਾਲ ਜੁੜ ਕੇ ਇੰਨਾ ਕੁ ਪੱਕਾ ਹੋ ਗਿਆ। ਹੁਣ ਡਿਪਰੈਸ਼ਨ ਨਹੀਂ ਹੁੰਦਾ। ਜੇ ਸਾਨੂੰ ਆ ਰਿਹਾ ਏ ਤੇ ਕਿਤੇ ਨਾ ਕਿਤੇ ਅਜੇ ਗੁਰੂ ਤੋਂ ਦੂਰ ਆ। ਫਿਰ ਇਹ ਵੀ ਕਈ ਵਾਰ ਸਾਨੂੰ ਇਦਾਂ ਲੱਗਦਾ ਏ ਵੀ ਜੀ ਬਾਣੀ ਪੜ੍ਹਦੇ ਆ, ਇੰਨਾ ਸਮਾਂ ਹੋ ਗਿਆ ਏ, ਅਜੇ ਮਨ ਦੇ ਅੰਦਰ ਬਦਲਾਵ ਨਹੀਂ ਆਇਆ, ਹੁਣ ਕਿੱਥੋਂ ਤੱਕ ਬਾਣੀ ਪੜ੍ਹੀਏ, ਕਦੋਂ ਤੱਕ ਬਾਣੀ ਪੜ੍ਹੀਏ, ਕਦੋਂ ਤੱਕ ਸਹਿਜ ਪਾਠ ਕਰੀਏ, ਕੁਝ ਨਹੀਂ ਬਦਲਦਾ। ਕਦੇ ਖਿਆਲ ਕਰਕੇ ਦੇਖਿਆ ਜੇ, ਬਦਲਦਾ ਤੇ ਬਹੁਤ ਕੁਝ ਹੈ ਜੇ ਚਾਹੀਏ ਬਦਲਣਾ। ਮਨ ਗੁਰੂ ਨੂੰ ਦੇ ਕਰਕੇ ਇੱਕ ਵਾਰ ਯਤਨ ਕਰੀਏ। ਤੇ ਮੈਂ ਸੌਖੀ ਜਿਹੀ ਉਦਾਹਰਣ ਕਈ ਵਾਰ ਦਿੰਦਾ ਹੁੰਦਾ, ਕਦੇ ਗੰਦਾ ਨਾ ਭਾਂਡਾ ਲੈ ਲਈਏ, ਕੋਈ ਮਿੱਟੀ ਦੇ ਨਾਲ ਲਿਬੜਿਆ ਹੋਇਆ, ਉਹਨੂੰ ਚੱਲਦੇ ਪਾਣੀ ਦੇ ਥੱਲੇ ਰੱਖ ਕੇ ਦੇਖਿਆ ਜੀ, ਉਹ ਪਹਿਲੋਂ ਸਾਰਾ ਭਾਂਡਾ ਪਾਣੀ ਦੇ ਨਾਲ ਭਰੇਗਾ, ਹੌਲੀ ਹੌਲੀ ਮਿੱਟੀ ਬਾਹਰ ਨੂੰ ਨਿਕਲਣੀ ਸ਼ੁਰੂ ਹੋਏਗੀ। ਇੱਦਾਂ ਲੱਗੇਗਾ ਵੀ ਇਹ ਪਾਣੀ ਵੀ ਕਿਸੇ ਕੰਮ ਨਹੀਂ ਆਇਆ, ਇਹਦੇ ਵਿੱਚ ਪਿਆ ਹੋਇਆ। ਜੇ ਤੁਸੀਂ ਉਸ ਪਾਣੀ ਨੂੰ ਬੰਦ ਕਰ ਦਿੱਤਾ ਚੱਲਦੇ ਹੋਏ ਨੂੰ, ਕਦੇ ਉਹ ਭਾਂਡਾ ਸਾਫ਼ ਨਹੀਂ ਹੋ ਸਕਦਾ। ਜੇ ਉਹ ਪਾਣੀ ਚੱਲਦਾ ਰਿਹਾ ਨਾ, ਫਿਰ ਹੌਲੀ ਹੌਲੀ ਉਹ ਮਿੱਟੀ ਵੀ ਬਾਹਰ ਆ ਜਾਏਗੀ, ਭਾਂਡਾ ਵੀ ਸਾਫ਼ ਹੋ ਜਾਏਗਾ। ਜਦੋਂ ਤੁਸੀਂ ਬਾਣੀ ਨੂੰ ਪੜ੍ਹਦੇ ਆ, ਇਹ ਸੋਚਦੇ ਹੋ ਨਾ ਵੀ ਬੜਾ ਕੁਝ ਦਿਮਾਗ ਦੇ ਵਿੱਚ ਆ ਰਿਹਾ ਜੀ, ਮਨ ਟਿਕਦਾ ਨਹੀਂ। ਉਹ ਗੰਦੇ ਭਾਂਡੇ ਦੇ ਵਾਂਗ ਜਦੋਂ ਪਾਣੀ ਗਿਆ ਨਾ, ਉਹ ਜਿੱਦਾਂ ਮਿੱਟੀ ਬਾਹਰ ਨਿਕਲਦੀ ਹੈ, ਇੱਦਾਂ ਹੀ ਸਾਡੇ ਮਨ ਦੇ ਵਿੱਚੋਂ ਜਿਹੜੇ ਮਾੜੇ ਖਿਆਲ, ਮਾੜੀਆਂ ਆਦਤਾਂ, ਕਹਿੰਦੇ ਨਾ ਅਸੀਂ ਵੀ ਕਦੇ ਸੋਚਿਆ ਵੀ ਨਹੀਂ ਹੁੰਦਾ, ਜਦੋਂ ਬਾਣੀ ਪੜ੍ਹਨ ਲੱਗਿਆ ਉਹ ਗੱਲਾਂ ਖਿਆਲ 'ਚ ਆ ਜਾਂਦੀਆਂ ਨੇ। ਬਸ ਉਹ ਹੀ ਹੈ ਜਿਹੜਾ ਪਿਆ ਹੋਇਆ ਦੱਬਿਆ। ਹੁਣ ਕਿੰਨਾ ਦੱਬਿਆ ਏ, ਕਿੰਨਾ ਕੁਝ ਸਾਡੀ ਸੁਰਤ ਦੇ ਅੰਦਰ ਪਹਿਲੋਂ ਤੋਂ ਪਿਆ ਹੋਇਆ ਏ। ਹੁਣ ਉਹ ਨਿਕਲਦਾ ਹੀ ਨਿਕਲੇਗਾ ਨਾ, ਇੱਕਦਮ ਨਹੀਂ। ਜਿਹਨੂੰ ਸਾਹਿਬ ਕਹਿੰਦੇ ਨੇ ਵੀ ਇਹ ਨਿਕਲੇਗਾ ਇੱਕਦਮ ਨਹੀਂ। ਵੀ ਕੋਈ ਇਹ ਗੱਲ ਸੋਚੇ ਵੀ ਅੱਜ ਜੀ ਮੈਂ ਨਿਤਨੇਮ ਕੀਤਾ ਹੈ, ਬਾਣੀ ਪੜ੍ਹਨੀ ਸ਼ੁਰੂ ਕੀਤੀ ਹੈ, ਤੇ ਅੱਜ ਹੀ ਮਨ ਮੇਰਾ ਜੀ ਗੁਰੂ ਦੇ ਨਾਲ ਜੁੜ ਜਾਵੇ। ਇੰਨੀ ਸੌਖੀ ਖੇਡ ਨਹੀਂ ਹੈ। ਰੰਗ ਲਾਗਤ ਇੱਕੋ ਦਿਨ ਨਹੀਂ, ਹੌਲੀ ਹੌਲੀ ਲੱਗੇਗਾ, ਲੱਗਦਿਆਂ ਲੱਗੇਗਾ, ਪਰ ਲੱਗ ਜਾਏਗਾ ਜੇ ਤੁਰੇ ਰਵਾਂਗੇ। ਜੇ ਬਾਣੀ ਨੂੰ ਇਹ ਕਹਿ ਕੇ ਛੱਡ ਦਿੱਤਾ ਜੀ ਮਨ ਦੇਖੋ ਜੀ ਲੱਗਦਾ ਨਹੀਂ, ਮਨ ਭਟਕਦਾ ਏ, ਫਿਰ ਮਨ ਭਟਕਦਾ ਏ ਤੇ ਬਾਣੀ ਪੜ੍ਹਨ ਦਾ ਫਾਇਦਾ ਕੀ ਹੈ? ਇੱਦਾਂ ਤੇ ਪਾਪਾਂ ਦੇ ਭਾਗੀਦਾਰ ਬਣ ਜਾਂਦੇ ਆ। ਨਹੀਂ, ਬਾਣੀ ਨੂੰ ਪੜ੍ਹਨਾ ਨਹੀਂ ਛੱਡਣਾ, ਸਗੋਂ ਜ਼ਿਆਦਾ ਪੜ੍ਹਨਾ ਹੈ। ਜਿੱਦਣ ਪਤਾ ਲੱਗ ਗਿਆ ਨਾ ਵੀ ਰੋਗ ਕੀ ਹੈ, ਵੀ ਮਨ ਦੌੜਦਾ ਹੈ, ਇਹ ਰੋਗ ਪਤਾ ਲੱਗ ਗਿਆ, ਤੇ ਸਾਹਿਬ ਕਹਿੰਦੇ ਜਿਸ ਦਿਨ ਰੋਗ ਦਾ ਪਤਾ ਲੱਗ ਗਿਆ ਫਿਰ ਤਾਂ ਇਲਾਜ ਵੀ ਸੌਖਾ ਹੋ ਜਾਏਗਾ। ਹੁਣ ਬਾਣੀ ਨੂੰ ਪੜ੍ਹਨਾ ਵੱਧ ਕਰ ਦੇ, ਥੋੜ੍ਹਾ ਜਿਹਾ ਯਤਨ ਕਰ, ਮਨ ਟਿਕਣ ਲੱਗ ਜਾਏਗਾ। ਐਡਾ ਔਖਾ ਨਹੀਂ ਹੈ, ਪਰ ਹੋਏਗਾ ਗੁਰੂ ਦੀ ਬਖਸ਼ਿਸ਼ ਦੇ ਨਾਲ। ਸਤਿਗੁਰੂ ਦੇ ਕੋਲ ਅਰਜ਼ੋਈ ਕਰਕੇ ਗੁਰੂ ਦੇ ਕੋਲੋਂ ਬਖਸ਼ਿਸ਼ ਲੈਣੀ ਹੈ, ਬਖਸ਼ਿਸ਼ ਦੇ ਪਾਤਰ ਬਣ ਜਾਣਾ ਹੈ ਜੇ ਬਾਣੀ ਨੂੰ ਪੜ੍ਹਦੇ ਰਵਾਂਗੇ। ਇਹ ਬਾਣੀ ਇੱਕੋ ਇੱਕ ਤਰੀਕਾ ਹੈ ਜਿਹੜੀ ਸਾਨੂੰ ਗੁਰੂ ਦੇ ਨਾਲ ਜੋੜ ਸਕਦੀ ਹੈ, ਹੋਰ ਕੋਈ ਤਰੀਕਾ ਨਹੀਂ ਹੈ। ਇੱਕ ਬਾਣੀ ਤੇ ਇੱਕ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਦਾਤ, ਖੰਡੇ ਬਾਟੇ ਦੀ ਪਾਹੁਲ। ਔਰ ਜਦੋਂ ਤੱਕ ਸਾਨੂੰ ਇੱਦਾਂ ਲੱਗਦਾ ਰਵੇ ਨਾ ਵੀ ਮੇਰਾ ਤੇ ਦੇਖੋ ਜੀ ਮਨ ਸਾਫ਼ ਹੈ, ਮੇਰਾ ਮਨ ਬੜਾ ਸਾਫ਼ ਹੈ, ਤੇ ਮੈਂ ਬਾਣੀ ਪੜ੍ਹ ਕੇ ਬਸ ਸਾਰ ਲੈਣਾ ਕੰਮ, ਮੈਂ ਨਿਤਨੇਮ ਵੀ ਕਰਦਾ, ਮੇਰਾ ਮਨ ਸਾਫ਼ ਹੈ, ਮੈਂ ਕੋਈ ਨਸ਼ਾ ਨਹੀਂ ਕਰਦਾ, ਮੈਂ ਕੋਈ ਮਾੜਾ ਕੰਮ ਨਹੀਂ ਕਰਦਾ, ਤੇ ਮੈਨੂੰ ਕੀ ਲੋੜ ਹੈ ਖੰਡੇ ਬਾਟੇ ਦੀ ਪਾਹੁਲ ਦੀ? ਤੇ ਕਦੇ ਇਹ ਸਵਾਲ ਕਰਨ ਲੱਗਿਆ ਸਾਹਿਬ ਦੇ ਜੀਵਨ ਨੂੰ ਸਾਹਮਣੇ ਰੱਖਿਆ ਜੇ, ਜਦੋਂ ਸਾਹਿਬ ਜਾ ਕੇ ਇਹ ਗੱਲ ਕਹਿੰਦੇ ਨੇ ਪੰਜਾਂ ਪਿਆਰਿਆਂ ਨੂੰ ਵੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ ਦੇਵੋ, ਕਿ ਸਾਹਿਬ ਦਾ ਜੀਵਨ, ਸਾਹਿਬ ਦਾ ਮਨ ਸਾਡੇ ਜਿੰਨਾ ਸਾਫ਼ ਨਹੀਂ ਸੀ। ਕਦੇ ਖਿਆਲ ਕਰੀਏ, ਜਦੋਂ ਅਸੀਂ ਇਹ ਗੱਲ ਕਹਿੰਦੇ ਆ ਨਾ, ਫਿਰ ਇਹ ਸੋਚਦੇ ਆ ਵੀ ਸਾਹਿਬ ਦਾ ਮਨ ਸਾਫ਼ ਨਹੀਂ ਸੀ, ਤਾਂ ਕਰਕੇ ਜਾਣੇ ਅਣਜਾਣੇ ਦੇ ਵਿੱਚ ਸਾਡੀ ਸੁਰਤ ਦੇ ਅੰਦਰ ਇਹ ਗੱਲ ਆ ਜਾਂਦੀ ਹੈ ਵੀ ਭਾਈ ਦਇਆ ਸਿੰਘ ਦਾ ਮਨ ਸਾਫ਼ ਨਹੀਂ ਸੀ, ਤਾਂ ਉਹਨਾਂ ਨੇ ਖੰਡੇ ਬਾਟੇ ਦੀ ਪਾਹੁਲ ਲਈ। ਇੱਦਾਂ ਨਹੀਂ ਹੈ। ਜੇ ਸਾਹਿਬ ਨੂੰ ਲੋੜ ਹੈ ਨਾ, ਸਾਹਿਬ ਕਹਿੰਦੇ ਨੇ ਵੀ ਮੈਨੂੰ ਲੋੜ ਹੈ,
ਫਿਰ ਸਾਡਾ ਮਨ ਜੇ ਸਹਿਬ ਜਿੰਨਾ ਪਵਿੱਤਰ ਨਹੀਂ ਹੋਇਆ ਨਾ, ਜਿਹੜਾ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਇਹ ਗੱਲ ਕਹਿ ਰਹੇ ਨੇ ਵੀ ਮੈਨੂੰ ਖੰਡੇ ਬਾਟੇ ਦੀ ਪਾਹੁਲ ਦਿੱਤੀ ਜਾਵੇ, ਤੇ ਅਸੀਂ ਇਹ ਗੱਲ ਕਹਿ ਦਈਏ ਵੀ ਸਾਡਾ ਤੇ ਜੀ ਮਨ ਸਾਫ਼ ਹੈ, ਸਾਨੂੰ ਤੇ ਲੋੜ ਨਹੀਂ, ਫਿਰ ਇਹ ਤੇ ਤਰੀਕਾ ਗਲਤ ਹੈ। ਇਹ ਗੱਲ ਨਹੀਂ ਬਣਨੀ। ਸਾਹਿਬ ਕਹਿੰਦੇ ਫਿਰ ਇੱਥੇ ਨਹੀਂ, ਜੇ ਗੁਰੂ ਕਹਿੰਦਾ ਹੈ ਨਾ, ਜੋ ਕਹਿ ਦਿੱਤਾ ਬਸ ਠੀਕ ਹੈ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਇੱਥੇ ਬਹੁਤੀਆਂ ਗੱਲਾਂ ਨਹੀਂ, ਇੱਥੇ ਬਹੁਤੀਆਂ ਸਿਆਣਪਾਂ ਨਹੀਂ, ਜੋ ਗੁਰੂ ਨੇ ਕਹਿ ਦਿੱਤਾ ਹੈ ਉਹ ਮੰਨ ਲੈ, ਬਸ ਇਸੇ 'ਚ ਹੀ ਸਿਆਣਪ ਹੈ ਜੇ ਗੁਰੂ ਦੀ ਰਹਿਮਤ ਲੈਣੀ ਹੈ। ਤੇ ਇੱਥੇ ਸਿਆਣਪਾਂ ਨਹੀਂ, ਇੱਥੇ ਇਹ ਗੱਲ ਨਹੀਂ ਵੀ ਗੁਰੂ ਨੂੰ ਤੇ ਲੋੜ ਹੈ, ਤੇ ਸਾਹਿਬ ਜੇ ਸਾਨੂੰ ਇਹ ਗੱਲ ਕਹਿ ਦੇਣ ਵੀ ਭਲਿਆ ਖੰਡੇ ਬਾਟੇ ਦੀ ਪਾਹੁਲ ਤੈਨੂੰ ਵੀ ਲੈਣੀ ਪਵੇ, ਤੇ ਅਸੀਂ ਕਹਿ ਦਈਏ ਸਾਡਾ ਮਨ ਬੜਾ ਸਾਫ਼ ਹੈ ਜੀ, ਫਿਰ ਇਹ ਸ਼ੁਰੂਆਤ ਹੈ। ਜਿਸ ਦਿਨ ਖੰਡੇ ਬਾਟੇ ਦੀ ਪਾਹੁਲ ਲਈ ਉਸ ਦਿਨ ਸਿੱਖੀ ਦੇ ਘਰ ਦੇ ਵਿੱਚ ਸ਼ੁਰੂਆਤ ਹੈ, ਤੇ ਫਿਰ ਉਸ ਦਿਨ ਤੋਂ ਯਤਨ ਕਰਨਾ ਹੈ, ਹੁਣ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਹੈ। ਇਹ ਨਹੀਂ ਵੀ ਸਵਾ ਮਹੀਨਾ ਨਿਤਨੇਮ ਕਰਨਾ ਹੈ। ਕਈ ਵਾਰ ਇੱਦਾਂ ਵੀ ਲੱਗਦਾ ਹੈ ਵੀ ਸਵਾ ਮਹੀਨਾ ਹੀ ਨਿਤਨੇਮ ਕਰਨਾ ਹੈ। ਫਿਰ ਨਿਤਨੇਮ ਵੀ ਨਾਲ ਨਾਲ ਰੋਜ਼ਾਨਾ, ਕੋਈ ਐਸਾ ਦਿਨ ਨਾ ਹੋਵੇ ਜਿਸ ਦਿਨ ਬਾਣੀ ਪੜ੍ਹੀ ਨਹੀਂ, ਨਿਤਨੇਮ ਕੀਤਾ ਨਹੀਂ। ਇਸ ਕਰਕੇ ਸਾਹਿਬ ਦੇ ਪਾਵਨ ਬਚਨਾਂ ਨੂੰ ਸਮਝਦਿਆਂ ਹੋਇਆਂ ਜਿਹੜੀ ਗੱਲ ਸਾਹਿਬ ਨੇ ਕੀਤੀ ਹੈ ਵੀ ਰੋਜ਼ਾਨਾ ਬਾਣੀ ਪੜ੍ਹਨੀ ਹੈ, ਜੇ ਸਾਹਿਬ ਕਹਿੰਦੇ ਨੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਤੇ ਫਿਰ ਸਾਡੇ ਮਨ ਚੋਂ, ਸਾਡੇ ਖਿਆਲਾਂ ਚੋਂ ਇੱਕ ਪਲ ਵਾਸਤੇ ਵੀ ਬਾਣੀ ਦੀ ਵਿਚਾਰ, ਬਾਣੀ ਦਾ ਸਿਧਾਂਤ ਦੂਰ ਨਹੀਂ ਹੋਣਾ ਚਾਹੀਦਾ, ਜੇ ਗੁਰੂ ਦੀ ਰਹਿਮਤ ਲੈਣੀ। ਹਾਂ, ਜੇ ਗੁਰੂ ਦੀ ਰਹਿਮਤ ਨਹੀਂ ਲੈਣੀ, ਫਿਰ ਆਪਣੀਆਂ ਸਿਆਣਪਾਂ ਜਿੰਨੀਆਂ ਮਰਜ਼ੀ ਵਰਤ ਸਕਦੇ ਹਾਂ, ਜਿੰਨੀ ਵਾਰ ਮਰਜ਼ੀ ਕਹਿ ਸਕਦੇ ਹਾਂ ਜੀ ਸਾਡਾ ਮਨ ਪਵਿੱਤਰ ਹੈ, ਸਾਨੂੰ ਲੋੜ ਨਹੀਂ, ਫਿਰ ਜਿੰਨੀ ਵਾਰ ਮਰਜ਼ੀ ਕਹਿ ਸਕਦੇ, ਫਿਰ ਕੋਈ ਗੱਲ ਨਹੀਂ। ਜੇ ਗੁਰੂ ਦੀ ਬਖਸ਼ਿਸ਼ ਲੈਣੀ ਹੈ, ਫਿਰ ਸਿਰਫ ਇੰਨੀ ਗੱਲ ਹੈ ਕਿ ਸਾਹਿਬ ਜੀ ਤੁਸੀਂ ਕਿਹਾ ਹੈ ਤੇ ਅਸੀਂ ਮੰਨ ਲਿਆ। ਫਿਰ ਇਹ ਵੀ ਨਹੀਂ ਹੈ ਵੀ ਕੋਈ ਇੱਕੋ ਦਿਨ 'ਚ ਮੰਨ ਲਵੇਗਾ। ਇਹ ਵੀ ਖਿਆਲ ਹੁੰਦਾ ਹੈ ਨਾ ਜੀ, ਸਾਡੇ ਕੋਲੋਂ ਰਹਿਤ ਨਹੀਂ ਰੱਖੀ ਜਾਣੀ, ਸਾਡੇ ਕੋਲੋਂ ਇਹ ਨਹੀਂ ਹੋਣਾ, ਸਾਡੇ ਕੋਲੋਂ ਇੱਦਾਂ ਨਹੀਂ ਹੋਣਾ। ਗੁਰੂ ਦੇ ਉੱਤੇ ਭਰੋਸਾ ਹੈ, ਗੁਰੂ 'ਤੇ ਭਰੋਸਾ ਰੱਖ ਕਰਕੇ ਫਿਰ ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰੀਏ, ਗੁਰੂ ਆਪੇ ਮਨਾ ਲਏਗਾ। ਜਦੋਂ ਤੱਕ ਭਰੋਸਾ ਨਹੀਂ ਹੈ ਉਦੋਂ ਤੱਕ ਹੀ ਔਖਾ। ਸਾਹਿਬ ਕਿਰਪਾਲੂ ਦਇਆ ਕਰਨ, ਸਾਡੇ ਹਿਰਦਿਆਂ ਦੇ ਅੰਦਰ, ਸਾਡੇ ਮਨਾਂ ਦੇ ਅੰਦਰ ਬਾਣੀ ਪੜ੍ਹਨ ਸੁਣਨ ਦਾ ਚਾਅ ਤੇ ਉਦਮ ਪੈਦਾ ਕਰ ਦੇਣ। ਜ਼ਰੂਰੀ ਹੈ ਚਾਅ ਪੈਦਾ ਕਰ ਦੇਣ। ਜਿਸ ਦਿਨ ਚਾਅ ਪੈਦਾ ਹੋ ਗਿਆ, ਉਸੇ ਦਿਨ ਬਾਣੀ ਪੜ੍ਹਨ ਲੱਗਿਆ ਆਪਣੇ ਆਪ ਹੀ ਮਨ ਕਹੇਗਾ ਵੀ ਠੀਕ ਹੈ, ਥੋੜ੍ਹੀ ਚਿਰ ਹੋਰ ਪੜ੍ਹਨੀ ਹੈ। ਜਦੋਂ ਤੱਕ ਚਾਅ ਨਹੀਂ, ਉਦੋਂ ਤੱਕ ਕਵਾਂਗੇ ਵੀ ਬਸ ਇੰਨੀ ਕੁ ਪੜ੍ਹਨੀ ਹੈ, ਚਾਅ ਤੋਂ ਬਿਨਾਂ ਨਹੀਂ। ਸਾਹਿਬ ਕਿਰਪਾਲੂ ਦਇਆ ਕਰਨ, ਸਾਡੇ ਹਿਰਦਿਆਂ ਦੇ ਅੰਦਰ ਬਾਣੀ ਪੜ੍ਹਨ ਦਾ ਚਾਅ ਤੇ ਉਦਮ ਪੈਦਾ ਕਰ ਦੇਣ। ਵਿਚਾਰਾਂ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ ਦੇਣੀ। ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣ। ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਭਾਈ ਹਰਪ੍ਰੀਤ ਸਿੰਘ ਜੀ, ਕਥਾਵਾਚਕ ਗੁਰਦੁਆਰਾ ਸ਼ਾਹਪੁਰ ਸੈਕਟਰ 38। ਕੁਝ ਦਿਨ ਪਹਿਲਾਂ ਹੀ ਭਾਈ ਸਾਹਿਬ ਨੂੰ ਪਹਿਲਾਂ ਬੇਨਤੀ ਕੀਤੀ ਸੀ, ਭਾਈ ਸਾਹਿਬ ਨੇ ਪ੍ਰਵਾਨਗੀ ਦਿੱਤੀ। ਬਹੁਤ ਹੀ ਭਾਈ ਸਾਹਿਬ ਨੇ ਬਰੀਕੀ 'ਚ ਆਪ ਜੀ ਨਾਲ ਗੁਰਮਤਿ ਵਿਚਾਰਾਂ ਕੀਤੀਆਂ। ਬਹੁਤ ਬਹੁਤ ਧੰਨਵਾਦ।